खुशी दे विच उन्हां दी आउण दे खुशी दे विच एक जयकारा सारा जो अपनी खालसे पंथ वालों जिहड़ा इत्थे सजिया बैठा है आपां, क्योंकि सारे गुरसिखां इक्को प्यार गुरमितां पुत्तां भाईयां साडे वड्डे वीर जी साडे च आए ने, सारे मैं जयकारा वजाऊंगा, जवाब देना है उस मर्यादा तहत जिहड़ी तहत अपने कैंप दे विच शुरू तो लैके पिछले कैंपों तो चली आउंदी है कि जदों जयकारा गूंजे पहाड़ियां नूं पता लग जाना चाहिए कि गुरु के सिख ते उन्हां दा कोई वड्डा वीर उन्हां कोल पहुंचिया। बोलो कलगीधर संदेश पिता गुरु गोबिंद सिंह साहिब जी की चरण छूह प्राप्त पवित्र स्थान गुरुद्वारा श्री बिभाउर साहिब जुगो जुग अटल सतगुरु धन धन श्री गुरु ग्रंथ साहिब जी की पावन छत्र छाया हेठ सतगुरां वालों बख्शिश कीते उद्यम के सदका हर साल की तरह इस हफ्तावारी गुरमत सिखलाई कैंप विच शामिल हो करके अपने जीवन को सफला कर रहे विद्यार्थी अते माई भाई गुरु की साध संगत प्यार सहित फतेह बुलावो जी। वाहिगुरु जी का खालसा वाहिगुरु जी की फतेह। बड़ी रहमत गुरु गोबिंद सिंह साहब जी धन श्री गुरु ग्रंथ साहब जी ने की है, जिस सदका ये सुभागा समा नसीब होया। दास ने हुक्म जो किया भाई साहब होरां ने उस मुताबिक संगत अते कुसंगत, चंगी संगत अते बुरी संगत, उसकी परिभाषा की है, उसके फायदे की ने, नुकसान की है, इन्हां नुकतियां ते कुछ विचारां करन दा हुक्म जो दास नूं होया। आपां यतन करना घंटे इस पक्ष तो कुछ जानिया जा सके गुरु की रहमत नाल। आप जी जब रहरास साहिब पढ़ते हो, पंचम गुरदेव श्री गुरु अर्जन देव साहिब जी के ये बोल तुहाडे सामने आउणगे। मेरे माधव जी सत संगत मिले सो तरिया। एक वो संगत है जिन्हों कहा जाता है सत संगत, ते धन गुरु अर्जन देव साहिब जी ने कहा जिन्हों सत संगत विच बैठना नसीब हो जाता है वो इस भाव सागर तो तर जाता है। एक वो है इकट्ठ जिहदे विच बैठण नाल मनुख दा जीवन दागी हो जाता है। जिवें कबीर साहब ने कहा, कबीर साकत संग न कीजिए दूर है जाइए भाग, बासन कारो परसीए तो कश लागे दाग। जिसनूं परसन नाल, जिस दा संबंध करन दे नाल, जिस दी संगत करन दे नाल जीवन दागी हो जाता है, मनुखी जीवन औगुणां नाल भर जाता है, जीवन बेमकसद हो जाता है। उन्होंने कहीदा कुसंगत।
ਜਿਸ ਇਕੱਠ ਵਿੱਚ ਬੈਠਣ ਨਾਲ ਜਿਸ ਦੀ ਸੰਗਤ ਕੀਤਿਆਂ ਮਨੁੱਖ ਨੂੰ ਗੁਣਾਂ ਦੀ ਪ੍ਰਾਪਤੀ ਹੋਵੇ, ਚੰਗੇ ਢੰਗ ਨਾਲ ਜੀਵਨ ਜਿਉਣ ਦੀ ਸੇਧ ਮਿਲੇ, ਜੀਵਨ ਦੇ ਮਨੋਰਥ ਦੀ ਮਕਸਦ ਦੀ ਸਮਝ ਆਵੇ। ਇਸ ਮਨੁੱਖਾ ਜਨਮ ਨੂੰ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਅਮੋਲਕ ਕਿਹਾ, ਅਮੋਲਕ। ਵੇਖੋ ਕੁਝ ਚੀਜ਼ਾਂ ਤੇ ਜਿਨ੍ਹਾਂ ਦੀ ਕੀਮਤ ਬਹੁਤ ਥੋੜੀ ਹੁੰਦੀ ਹੈ, ਕੁਝ ਉਹ ਵਸਤੂ ਹੁੰਦੀ ਹੈ ਜਿਨ੍ਹਾਂ ਦੀ ਕੀਮਤ ਬਹੁਤ ਵੱਧ ਹੁੰਦੀ ਹੈ, ਜਿਨ੍ਹਾਂ ਨੂੰ ਆਪਾਂ ਬਹੁਤ ਕੀਮਤੀ ਕਹੀਦਾ। ਕੁਝ ਉਹ ਨੇ ਜਿਨ੍ਹਾਂ ਦੇ ਸੰਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਨੇ ਸ਼ਬਦ ਵਰਤੇ ਨੇ ਅਮੋਲਕ, ਜਿਨ੍ਹਾਂ ਨੂੰ ਕਿਸੇ ਕੀਮਤ ਨਾਲ ਖਰੀਦਿਆ ਨਹੀਂ ਜਾ ਸਕਦਾ। ਪਰ ਅੱਜ ਦੇ ਯੁੱਗ 'ਚ ਆਪਾਂ ਵੇਖਦੇ ਹਾਂ ਬੰਦੇ ਨੂੰ ਕੀਮਤੀ ਚੀਜ਼ਾਂ ਬਾਰੇ ਸਮਝ ਆਏ, ਉਹਨਾਂ ਦੀ ਸੰਭਾਲ ਕਰਦਾ ਹੈ, ਪਰ ਜੋ ਅਮੋਲਕ ਹੈ ਉਹਨੂੰ ਵਿਅਰਥ ਕਰੀ ਜਾਂਦਾ ਹੈ। ਕਾਰਨ ਸਮਝ ਨਹੀਂ। ਸੰਗਤ ਉਹ ਚੰਗੀ ਹੈ ਜਿਸ ਵਿੱਚੋਂ ਬੰਦੇ ਨੂੰ ਅਮੋਲਕ ਦੀ ਸਮਝ ਆਵੇ, ਅਮੋਲਕ ਕੀ ਹੈ ਤੇ ਸੰਭਾਲ ਕਿਵੇਂ ਕਰਨੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਜਿਹੜਾ ਮਨੁੱਖਾ ਜਨਮ ਹੈ ਤੇ ਅਮੋਲਕ ਹੈ। ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ ਰੇ। ਗੁਰੂ ਗ੍ਰੰਥ ਸਾਹਿਬ ਪੁੱਛਦੇ ਨੇ, ਕਹਿੰਦੇ ਮਨੁੱਖਾ ਜਨਮ ਬੜਾ ਅਮੋਲਕ ਤੈਨੂੰ ਮਿਲਿਆ, ਇਹ ਦੱਸ ਵਿਅਰਥ ਕਿਉਂ ਗਵਾਈ ਜਾਂਦਾ ਹੈ। ਅਮੋਲਕ ਵਿਅਰਥ ਗਵਾ ਰਿਹਾ ਕਿਉਂਕਿ ਸਮਝ ਨਹੀਂ। ਇਸ ਲਈ ਸੰਗਤ ਦੀ ਲੋੜ ਹੈ ਤਾਂ ਕਿ ਮਨੁੱਖ ਨੂੰ ਸਮਝ ਆ ਸਕੇ ਮੇਰੇ ਜੀਵਨ ਦਾ ਮਕਸਦ ਕੀ ਹੈ, ਇਹਨੂੰ ਮੈਂ ਸਫਲ ਕਿਵੇਂ ਕਰਨਾ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ 'ਚ ਇੱਕ ਸ਼ਬਦ ਪੰਚਮ ਗੁਰਦੇਵ ਨੇ ਕਿਹਾ, ਜਦੋਂ ਉਹਨਾਂ ਨੂੰ ਪੁੱਛਿਆ ਕਿ ਜਿਹੜੀ ਸੰਗਤ ਹੈ ਉਹਦੀਆਂ ਨਿਸ਼ਾਨੀਆਂ ਕੀ ਹੈ, ਉਹਦੀਆਂ ਖੂਬੀਆਂ ਕੀ ਹੈ, ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਕਿਹਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਬੋਲ ਹੈ, ਕੇਵਲ ਬਹੁਤ ਵੱਡਾ ਇਕੱਠ ਹੋਵੇ ਉਹਨੂੰ ਸੰਗਤ ਨਹੀਂ ਕਿਹਾ ਜਾਂਦਾ। ਜਾਂ ਆਪਾਂ ਅਕਸਰ ਵੇਖਦੇ ਹਾਂ ਇਸ ਵਿਸ਼ੇ 'ਤੇ ਬੜੀ ਜਨਤਾ ਨੂੰ, ਖਾਸ ਕਰਕੇ ਸਿੱਖ ਜਗਤ ਨੂੰ ਬਹੁਤ ਸਾਰੇ ਬੰਦੀ ਤੇ ਪਖੰਡੀ ਲੋਕਾਂ ਨੇ ਗੁੰਮਰਾਹ ਕੀਤਾ ਹੋਇਆ। ਸੰਗਤ ਸੰਗਤ ਕਹਿ ਕੇ ਸੱਚ ਨਾਲ ਤੋੜ ਕੇ ਝੂਠ ਨਾਲ ਜੋੜਿਆ ਜਾ ਰਿਹਾ ਬੜੇ ਯੋਜਨਾਬੱਧ ਢੰਗ ਨਾਲ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਪਾਵਨ ਵਾਰਾਂ 'ਤੇ ਬੋਲ ਕਹੇ ਹੈ, ਉਹ ਕਹਿੰਦੇ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ। ਇੱਕ ਬੈਠਾ ਤਾਂ ਸਿੱਖ ਹੈ, ਦੋਏ ਇਕੱਠੇ ਹੋ ਜਾਣ ਸਾਧ ਸੰਗਤ ਹੈ, ਪੰਜ ਜੁੜ ਜਾਣ ਤੋਂ ਪਰਮੇਸ਼ਰ ਰੂਪ ਨੇ। ਪਰ ਕਿੱਥੇ ਕਿਸੇ ਇਕੱਠ ਨੂੰ ਕਿਹਾ ਜਾ ਸਕਦਾ ਕਿ ਸਤ ਸੰਗਤ ਹੈ, ਇਹ ਚੰਗੀ ਸੰਗਤ ਹੈ। ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ 'ਚ ਕੁਝ ਨਿਸ਼ਾਨੀਆਂ ਗੁਰੂ ਗ੍ਰੰਥ ਸਾਹਿਬ ਨੇ ਦੱਸੀਆਂ। ਪਹਿਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜਨ ਵਾਲੇ ਲੋਕਾਂ ਦਾ ਇਕੱਠ, ਉਹਨੂੰ ਸਤ ਸੰਗਤ ਕਿਹਾ ਜਾ ਸਕਦਾ ਹੈ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਨਹੀਂ ਬੈਠੇ, ਤਾਂ ਇਕੱਠ ਬੇਸ਼ੱਕ ਕਿੰਨਾ ਵੀ ਵੱਡਾ ਹੋਵੇ ਉਹਨੂੰ ਸਤ ਸੰਗਤ ਨਹੀਂ ਕਿਹਾ ਜਾ ਸਕਦਾ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਬੋਲ ਹੈ, ਜਹ ਸਤਿਗੁਰ ਤਹ ਸਤ ਸੰਗਤ ਬਣਾਈ। ਸਤ ਸੰਗਤ ਉਹ ਇਕੱਠ ਹੁੰਦਾ ਹੈ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਸੱਜ ਕੇ ਬੈਠੇ ਲੋਕ ਨੇ। ਦੂਜੀ ਗੱਲ, ਸਤ ਸੰਗਤ ਦੀ ਇੱਕ ਹੋਰ ਨਿਸ਼ਾਨੀ ਹੈ, ਜਿਸ ਸੰਗਤ ਵਿੱਚੋਂ ਮਨੁੱਖ ਨੂੰ ਚੰਗੀ ਪ੍ਰੇਰਨਾ ਮਿਲਦੀ ਹੈ, ਜਿਸ ਸੰਗਤ ਵਿੱਚ ਮਿਲ ਕਰਕੇ ਜੀਵਨ ਦਾ ਮਕਸਦ ਪੂਰਾ ਹੋ ਜਾਂਦਾ ਹੈ, ਉਹਦੇ ਸੰਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਨੇ ਜਿਹੜੇ ਬੋਲ ਕਹੇ ਨੇ, ਸਤਿਗੁਰੂ ਕਹਿੰਦੇ ਨੇ ਸਤ ਸੰਗਤ ਐਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ।
ਜਿਵੇਂ ਆਪਾਂ ਪੰਜਾਬ ਦੀ ਧਰਤੀ ਤੇ ਅਕਸਰ ਵੇਖਦੇ ਆ ਕਿ ਕੁਝ ਲੋਕਾਂ ਨੇ ਇਕੱਠ ਕੀਤਾ, ਢੋਲਕੀ ਚਿਮਟੇ ਚੱਕੇ, ਕਿਸੇ ਬੰਦੇ ਦੇ ਗੁਣ ਗਾਉਣੇ ਸ਼ੁਰੂ ਕਰਤੇ, ਬੰਦੇ ਦੇ ਗੁਣ, ਕਿਸੇ ਵਿਅਕਤੀ ਦੇ ਗੁਣ ਗਾਉਂਦੇ ਰਹੇ ਕਿ ਉਹਨਾਂ ਨੇ ਢੰਡੋਰਾ ਇਹ ਪਿੱਟਿਆ ਕਿ ਸੰਗਤ ਕਰਕੇ ਆਏ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਤ ਸੰਗਤ ਦੀ ਨਿਸ਼ਾਨੀ ਹੈ ਕਿ ਜਿੱਥੇ ਕੇਵਲ ਪ੍ਰਮਾਤਮਾ ਦੇ ਨਾਮ ਦੀ ਵਿਚਾਰ ਹੋਵੇ, ਪ੍ਰਮਾਤਮਾ ਦੇ ਨਾਮ ਦੀ, ਜਿੱਥੇ ਕੇਵਲ ਪ੍ਰਮਾਤਮਾ ਦੇ ਹੁਕਮ ਦੀ ਗੱਲ ਹੈ, ਉਸ ਇਕੱਠ ਨੂੰ ਸਤ ਸੰਗਤ ਕਿਹਾ ਜਾਂਦਾ ਹੈ। ਤੀਜੀ ਗੱਲ ਗੁਰੂ ਗ੍ਰੰਥ ਸਾਹਿਬ ਨੇ ਹੋਰ ਕਹੀ, ਜਿੱਥੋਂ ਸਾਨੂੰ ਹੋਰ ਸੌਖਿਆਂ ਸਮਝ ਆ ਸਕੇ, ਚੰਗੀ ਸੰਗਤ, ਸਤ ਸੰਗਤ, ਉਹਦੀ ਨਿਸ਼ਾਨੀ ਕੀ ਹੈ? ਸਤਿਗੁਰੂ ਦੇ ਬੋਲ ਨੇ, ਸਤ ਸੰਗਤ ਸਾਈ ਹਰ ਤੇਰੀ, ਜਿਤ ਹਰ ਕੀਰਤ ਹਰ ਸੁਣਨੇ। ਉਹ ਇਕੱਠ ਸਤ ਸੰਗਤ ਹੈ। ਜਿਸ ਇਕੱਠ ਵਿੱਚ ਬੈਠੇ ਆ, ਗੁਰੂ ਦੀ ਗੋਦ ਵਿੱਚ ਬੈਠੇ ਆ, ਸਾਨੂੰ ਪ੍ਰਮਾਤਮਾ ਦੀ ਕੀਰਤੀ ਸੁਣਨ ਨੂੰ ਮਿਲੇ, ਪ੍ਰਮਾਤਮਾ ਦੀ ਸਿਫਤ ਸਲਾਹ। ਇਹਦਾ ਮਤਲਬ ਉਹ ਇਕੱਠ ਸੰਗਤ ਨਹੀਂ ਜਿੱਥੇ ਸਾਨੂੰ ਪ੍ਰਮਾਤਮਾ ਦੀ ਸਿਫਤ ਸਲਾਹ ਸੁਣਨ ਨੂੰ ਨਹੀਂ ਮਿਲਦੀ, ਜਿੱਥੇ ਬੰਦਿਆਂ ਦੀਆਂ ਸਿਫਤਾਂ ਕੀਤੀਆਂ ਜਾਣ, ਜਿੱਥੇ ਮਨੁੱਖਾਂ ਦੇ ਗੁਣ ਗਾਏ ਜਾਣ, ਜਿੱਥੇ ਵਿਅਕਤੀਆਂ ਦੀ ਉਸਤਤ ਹੋਵੇ, ਉਹ ਇਕੱਠ ਸਤ ਸੰਗਤ ਨਹੀਂ। ਸਤ ਸੰਗਤ ਸਾਈ ਹਰ ਤੇਰੀ, ਜਿਤ ਹਰ ਕੀਰਤ ਹਰ ਸੁਣਨੇ। ਉਹ ਸਤ ਸੰਗਤ ਹੈ, ਪਰਮਾਤਮਾ ਦੀ ਸੰਗਤ ਹੈ, ਗੁਰੂ ਦੀ ਸੰਗਤ ਹੈ, ਜਿੱਥੇ ਬੈਠੇ ਆ ਸਾਨੂੰ ਪਰਮਾਤਮਾ ਦੇ ਗੁਣ ਸੁਣਨ ਵਾਸਤੇ ਮਿਲਣ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਅਤੇ ਆਪਣੀ ਪਾਵਨ ਰਚਨਾ ਸਵਈਆਂ ਵਿੱਚ ਇਸ ਸੰਬੰਧ ਵਿੱਚ ਬੜੇ ਵਿਸਥਾਰ 'ਚ ਆਪਣੇ ਬੋਲ ਕਹੇ ਨੇ। ਜਦ ਉਹਨਾਂ ਨੂੰ ਪੁੱਛਿਆ ਕਿ ਜਿਹੜੀ ਸੰਗਤ ਹੈ ਉਹਦਾ ਅਸਰ ਕਿਸ ਢੰਗ ਨਾਲ ਮਨੁੱਖ ਜਾਂ ਕੋਈ ਹੋਰ ਕਬੂਲ ਕਰਦਾ ਹੈ, ਉਹਨਾਂ ਨੇ ਜ਼ਿਕਰ ਕੀਤਾ। ਕਈ ਵਾਰ ਸਾਡਾ ਇਹ ਖਿਆਲ ਹੁੰਦਾ ਹੈ, ਜਿਵੇਂ ਪੰਜਾਬ ਦਾ ਮਾਹੌਲ ਆਪਾਂ ਵੇਖਦੇ ਹਾਂ, ਨਸ਼ਿਆਂ ਦੀ ਅਤੇ ਵਿਕਾਰਾਂ ਦੀ ਜਿਹੜੀ ਮਾਨਸਿਕਤਾ ਉਹ ਸ਼ਿਕਾਰ ਹੁੰਦੀ ਜਾਂਦੀ ਹੈ। ਲਗਾਤਾਰ ਸਾਡਾ ਨੌਜਵਾਨ ਵਰਗ ਨਸ਼ਿਆਂ ਵਿੱਚ ਤੇ ਆਪਣੇ ਆਚਰਣ ਤੋਂ ਥੱਲੇ ਨੂੰ ਜਾ ਰਿਹਾ ਹੈ। ਕਈ ਵਾਰ ਬਜ਼ੁਰਗ ਤੇ ਸਿਆਣੇ ਮਾਪੇ ਆਪਣੇ ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਪੁੱਤਰਾ ਜੀ ਦੀ ਸੰਗਤ, ਧੀਏ ਜੀ ਦੀ ਸੰਗਤ ਵਿੱਚ ਤੂੰ ਵਿਚਰ ਰਹੀ ਹੈ, ਉਹਦਾ ਜੀਵਨ ਚੰਗਾ ਨਹੀਂ। ਤੇ ਸਾਡੇ ਨੌਜਵਾਨ ਵੀਰਾਂ ਜਾਂ ਭੈਣਾਂ ਵੱਲੋਂ ਆਪਣੇ ਮਾਪਿਆਂ ਨੂੰ ਕਈ ਵਾਰ ਇਹ ਕਹਿ ਕੇ ਚੁੱਪ ਕਰਾਉਣ ਅਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਹਦੀ ਸੰਗਤ ਵਿੱਚ ਮੈਂ ਵਿਚਰਦਾ, ਜਿਹਦੇ ਨਾਲ ਮੇਰੀ ਦੋਸਤੀ ਹੈ, ਜਿਹੜਾ ਮੇਰਾ ਮਿੱਤਰ ਹੈ, ਮੈਨੂੰ ਉਹਦੇ ਬਾਰੇ ਪਤਾ ਹੈ ਕਿ ਉਹਦਾ ਜੀਵਨ ਚੰਗਾ ਨਹੀਂ, ਮੈਂ ਇਹ ਜਾਣਦਾ। ਤੇ ਤੁਸੀਂ ਇਸ ਗੱਲੋਂ ਬੇਖੌਫ ਰਹੋ, ਨਿਸ਼ਚਿੰਤ ਰਹੋ। ਬੇਸ਼ੱਕ ਉਹ ਬੰਦਾ ਮਾੜਾ ਹੈ, ਚੰਗਾ ਨਹੀਂ, ਪਰ ਮੈਂ ਉਹਦੇ ਨਾਲ ਰਹਿੰਦੇ ਵੀ ਆਪਣੇ ਆਪ ਨੂੰ ਮਾੜਾ ਨਹੀਂ ਬਣ ਦਿਆਂਗਾ। ਮੈਂ ਇਸ ਗੱਲੋਂ ਸੁਚੇਤ ਰਵਾਂਗਾ। ਜਦ ਇੱਦਾਂ ਦੇ ਕਿਸੇ ਬੰਦੇ ਦੀ ਗੱਲ ਆਪਾਂ ਕਬੀਰ ਸਾਹਿਬ ਦੇ ਸ਼ਲੋਕਾਂ 'ਚੋਂ ਪੜ੍ਹਦੇ ਹਾਂ, ਕਬੀਰ ਸਾਹਿਬ ਨੇ ਕਿਸੇ ਆਪਣੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਭਲਿਆ ਜਿਹਦੀ ਸੰਗਤ ਵਿੱਚ ਤੂੰ ਵਿਚਰਦਾ ਹੈ ਉਹਦਾ ਜੀਵਨ ਚੰਗਾ ਨਹੀਂ, ਤੇ ਉਹਦੇ ਨਾਲ ਸੰਗਤ ਕੀਤਿਆਂ ਤੇਰਾ ਜੀਵਨ ਵੀ ਚੰਗਾ ਨਹੀਂ ਰਹੇਗਾ। ਉਹ ਸੁਣਨ ਵਾਲਾ ਬੰਦਾ ਕਬੀਰ ਸਾਹਿਬ ਨੂੰ ਅੱਗੋਂ ਬੇਨਤੀ ਕਰਦਾ ਕਿ ਮੈਨੂੰ ਚੰਗਾ ਭਲਾ ਪਤਾ, ਸਭ ਕੁਝ ਮੈਂ ਜਾਣਦਾ, ਮੈਂ ਉਸ ਨੂੰ ਬੇਸ਼ੱਕ ਉਹਦਾ ਜੀਵਨ ਚੰਗਾ ਨਹੀਂ, ਨਾ ਰਹਿੰਦਿਆਂ ਵੀ ਆਪਣੇ ਜੀਵਨ ਤੇ ਕੋਈ ਬੁਰਾਈ ਦਾ, ਉਹਦੇ ਮਾੜੇ ਕੰਮਾਂ ਦਾ ਅਸਰ ਨਹੀਂ ਪੈਣ ਦਿਆਂਗਾ। ਕਬੀਰ ਸਾਹਿਬ ਦੇ ਸ਼ਲੋਕ ਵਿੱਚ ਉਸ ਨੂੰ ਸਮਝਾਉਂਦਿਆਂ ਕਿਹਾ, ਕਹਿੰਦੇ ਐਸਾ ਹੋ ਨਹੀਂ ਸਕਦਾ ਕਿ ਤੂੰ ਮਾੜੇ ਨਾਲ ਰਹੇ ਤੇ ਮਾੜਾ ਨਾ ਹੋਵੇ। ਐਸਾ ਨਹੀਂ ਹੋ ਸਕਦਾ ਕਿ ਤੂੰ ਬੁਰੇ ਜੀਵਨ ਵਾਲੇ ਬੰਦੇ ਨਾਲ ਵਿਚਰਦੇ ਆ ਖੁਦ ਆਪਣੇ ਜੀਵਨ ਨੂੰ ਬੁਰਾ ਨਾ ਬਣ ਦੇਵੇ। ਉਹਨਾਂ ਨੇ ਇੱਕ ਉਦਾਹਰਨ ਦਿੱਤੀ ਤੇ ਉਸ ਬੰਦੇ ਨੂੰ ਸਮਝਾਉਣ ਲੱਗੇ, ਕਹਿਣ ਲੱਗੇ ਏਦਾਂ ਕਰ, ਸਾਹਮਣੇ
ਇੱਕ ਤਵਾ ਪਿਆ ਹੈ, ਕਾਲਾ ਬਰਤਨ ਪਿਆ ਹੈ, ਉਹਨੂੰ ਚੱਕ ਕੇ ਮੇਰੇ ਕੋਲ ਲਿਆ ਤੇ ਤੈਨੂੰ ਪਤਾ ਲੱਗ ਜਾਣਾ ਹੈ ਕਿ ਮਾੜੇ ਦੀ ਸੰਗਤ ਕੀਤਿਆਂ ਚੰਗੇ ਰਹਿ ਸਕੀਦਾ ਕਿ ਨਹੀਂ ਰਹਿ ਸਕੀਦਾ। ਉਹ ਬੰਦਾ ਪੁੱਛਦਾ ਕਬੀਰ ਸਾਹਿਬ ਇਹਦੇ ਨਾਲ ਕੀ ਹੋ ਜਾਣਾ, ਮੈਂ ਚੱਕ ਕੇ ਲਿਆ ਦਿੰਦਾ। ਉਹ ਕਹਿੰਦੇ ਦੂਜੀ ਸ਼ਰਤ ਸੁਣ, ਉਹ ਕਾਲਾ ਭਾਂਡਾ ਮੇਰੇ ਕੋਲ ਚੱਕ ਕੇ ਲਿਆਉਣਾ ਹੈ, ਹੱਥ ਨਾਲ ਚੱਕ ਕੇ ਲਿਆਉਣਾ ਹੈ, ਕਿਸੇ ਹੋਰ ਚੀਜ਼ ਦੀ ਮਦਦ ਨਾਲ ਨਹੀਂ। ਉਹ ਕਹਿੰਦਾ ਹੱਥ ਨਾਲ ਚੱਕ ਲਿਆਉਂਗਾ। ਉਹ ਕਹਿੰਦੇ ਤੀਜੀ ਸ਼ਰਤ ਸੁਣ, ਹੱਥ ਨਾਲ ਹੀ ਚੱਕਣਾ ਹੈ ਤੇ ਆਪਣਾ ਹੱਥ ਨਹੀਂ ਕਾਲਾ ਹੋਣ ਦੇਣਾ। ਉਹ ਬੰਦਾ ਕਹਿੰਦਾ ਇਹ ਸ਼ਰਤ ਮਨਜ਼ੂਰ ਨਹੀਂ। ਕਹਿੰਦੇ ਕਿਉਂ ਨਹੀਂ ਮਨਜ਼ੂਰ? ਉਹ ਆਂਦਾ ਜਦੋਂ ਭਾਂਡਾ ਕਾਲਾ ਤੇ ਹੱਥ ਨਾਲ ਚੱਕੂਗਾ ਤੇ ਹੱਥ ਕਾਲਾ ਹੋਣਾ। ਕਬੀਰ ਸਾਹਿਬ ਕਹਿੰਦੇ ਨਹੀਂ ਪੁੱਤ ਤੂੰ ਸਿਆਣਾ ਹੈ, ਕਾਲੇ ਭਾਂਡੇ ਨੂੰ ਹੱਥ ਵੀ ਪਾ ਤੇ ਹੱਥ ਕਾਲਾ ਵੀ ਨਾ ਹੋਣ ਦੇ, ਤੇ ਮੇਰੇ ਕੋਲ ਭਾਂਡਾ ਚੱਕ ਕੇ ਲਿਆ। ਜੇ ਤੂੰ ਕਾਲੇ ਭਾਂਡੇ ਨੂੰ ਹੱਥ ਪਾ ਕੇ ਮੇਰੇ ਕੋਲ ਚੱਕ ਲਿਆਂਦਾ ਤੇ ਹੱਥ ਕਾਲਾ ਨਾ ਹੋਣ ਦਿੱਤਾ ਤਾਂ ਮੈਂ ਮੰਨ ਜਾਊਂਗਾ ਕਿ ਤੂੰ ਬੁਰੇ ਨਾ ਰਹਿ ਕੇ ਬੁਰਾ ਨਹੀਂ ਬਣਦਾ। ਉਹਨਾਂ ਦਾ ਸ਼ਲੋਕ ਹੈ, ਕਬੀਰ ਸਾਖਤ ਸੰਗ ਨਾ ਕੀਜੀਐ, ਦੂਰਹਿ ਜਾਈਐ ਭਾਗ, ਬਾਸਨ ਕਾਰੋ ਪਰਸੀਐ, ਤਉ ਕਛ ਲਾਗੈ ਦਾਗ। ਉਹ ਕਹਿੰਦੇ ਜਿਹੜਾ ਸਾਖਤ ਹੈ, ਜਿਹੜਾ ਰੱਬ ਨਾਲੋਂ ਟੁੱਟਿਆ। ਹੁਣ ਜਦੋਂ ਅਸੀਂ ਸਾਖਤ ਦੀ ਗੱਲ ਕਰਦੇ ਹਾਂ ਤੇ ਸੁਭਾਵਕ ਤੁਹਾਡੇ ਮਨ 'ਚ ਖਿਆਲ ਖੜਾ ਹੋ ਸਕਦਾ ਸਾਖਤ ਕਿਹਨੂੰ ਕਹਿੰਦੇ ਆ। ਤੇ ਧੰਨ ਗੁਰੂ ਰਾਮਦਾਸ ਸਾਹਿਬ ਨੇ ਇਹਦਾ ਜਵਾਬ ਦਿੱਤਾ ਹੈ। ਜਦੋਂ ਤੁਸੀਂ ਜਾਂ ਸ਼ਾਮ ਨੂੰ ਸੋਹਿਲਾ ਸਾਹਿਬ ਦਾ ਨਿਤਨੇਮ ਕੀਤਾ, ਉਹਦੇ 'ਚ ਧੰਨ ਗੁਰੂ ਰਾਮਦਾਸ ਸਾਹਿਬ ਦਾ ਸ਼ਬਦ ਤੁਸੀਂ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਪੜ੍ਹਨਾ ਹੈ। ਉਹਦੇ 'ਚ ਬੋਲ ਆਉਣੇ ਆ, ਸਾਖਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹਉ ਮੈਂ ਕੰਡਾ ਹੈ। ਸਾਖਤ ਉਹਨੂੰ ਕਹੀਦਾ ਜਿਸ ਮਨੁੱਖ ਨੂੰ ਪ੍ਰਮਾਤਮਾ ਦੇ ਨਾਮ ਰਸ ਦੀ ਕੋਈ ਸਮਝ ਨਹੀਂ। ਸਾਖਤ ਕੌਣ ਹੁੰਦਾ ਹੈ? ਹਰ ਰਸ ਸਾਧ ਨਾ ਜਾਣਿਆ, ਜਿਹਨੇ ਪ੍ਰਮਾਤਮਾ ਦੇ ਨਾਮ ਰਸ ਦੇ ਸਵਾਦ ਨੂੰ ਨਹੀਂ ਜਾਣਿਆ। ਤੇ ਦੂਜੀ ਨਿਸ਼ਾਨੀ, ਜਦੋਂ ਉਹਦੇ ਅੰਦਰ ਪ੍ਰਮਾਤਮਾ ਦਾ ਨਾਮ ਰਸ ਨਹੀਂ ਤਾਂ ਫਿਰ ਅੰਦਰ ਕੀ ਹੋਊਗਾ? ਖਾਲੀ ਨਹੀਂ ਹੁੰਦਾ। ਜੇ ਨਾਮ ਰਸ ਨਹੀਂ, ਜਿਵੇਂ ਪੰਜਾਬੀ ਦੀ ਇੱਕ ਕਹਾਵਤ ਹੈ, ਉਜੜਿਆਂ ਬਾਗਾਂ ਦੇ ਗਾਲੜ ਪਟਵਾਰੀ। ਜਦੋਂ ਮਨੁੱਖ ਦੇ ਅੰਦਰੋਂ ਨਾਮ ਰਸ ਦਾ ਅਭਾਵ ਹੋ ਗਿਆ, ਉਸ ਵੇਲੇ ਫਿਰ ਅੰਦਰ ਹੰਕਾਰ ਨੇ ਆ ਜਾਣਾ। ਹੰਕਾਰ ਨੇ ਸਾਖਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹਉ ਮੈਂ ਕੰਡਾ ਹੈ। ਪਰਮਾਤਮਾ ਦੇ ਨਾਮ ਰਸ ਦੀ ਕੋਈ ਸਮਝ ਨਹੀਂ, ਉਹਦੇ ਅੰਦਰ ਹੰਕਾਰ ਦਾ ਕੰਡਾ ਹੈ। ਹੰਕਾਰ ਦਾ ਆਪਾਂ ਪਿੰਡਾਂ 'ਚ ਰਹਿੰਦੇ ਹਾਂ, ਸ਼ਹਿਰਾਂ 'ਚ ਰਹਿੰਦੇ ਹਾਂ, ਸੁਣਦੇ ਹਾਂ ਬੜੇ ਲੋਕ ਜਿਨ੍ਹਾਂ ਦੀ ਸੋਚ ਮਾੜੀ ਹੈ। ਇਸੇ ਲਈ ਸਾਨੂੰ ਗੁਰੂ ਗ੍ਰੰਥ ਸਾਹਿਬ ਨੇ ਮਾੜੇ ਲੋਕਾਂ ਦੀ ਸੰਗਤ ਤੋਂ, ਕੁਸੰਗਤ ਤੋਂ ਦੂਰ ਰਹਿਣ ਨੂੰ ਕਿਹਾ। ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਨਾਮ ਰਸ ਦਾ ਸਵਾਦ ਨਹੀਂ, ਉਹ ਤੁਹਾਨੂੰ ਇੱਦਾਂ ਦੀਆਂ ਗੱਲਾਂ ਕਰਦੇ ਮਿਲ ਜਾਣਗੇ। ਜਪਜੀ ਸਾਹਿਬ ਉਹੀ ਹੈ ਤੇ ਰੋਜ਼ ਹੀ ਪੜ੍ਹੀ ਜਾਣਾ, ਇਹਦਾ ਕੀ ਫਾਇਦਾ? ਉਹੀ ਰਹਿਰਾਸ ਸਾਹਿਬ ਉਹੀ ਰੋਜ਼ ਵਾਰ-ਵਾਰ ਪੜ੍ਹੀ ਜਾਣੀ ਹੈ, ਇਹਦਾ ਕੀ ਫਾਇਦਾ? ਉਹੀ ਪੰਜ ਬਾਣੀਆਂ, ਉਹੀ ਸੁਖਮਨੀ ਸਾਹਿਬ ਰੋਜ਼ ਹੀ ਪੜ੍ਹੀ ਜਾਣਾ। ਇੱਕ ਦਿਨ ਪੜ੍ਹ ਲਿਆ ਬਹੁਤ ਹੈ, ਮੁੜ ਕੇ ਉਹਨੂੰ ਸਮਝੋ ਤੇ ਉੱਤੇ ਅਮਲ ਕਰੋ। ਬੇਸ਼ੱਕ ਇਹ ਗੱਲ ਚੰਗੀ ਹੈ, ਇਹਦੀ ਲੋੜ ਤੇ ਜ਼ੋਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਵੀ ਦਿੱਤਾ ਹੈ। ਗਾਵੀ ਹੈ, ਸੁਣੀ ਹੈ, ਮਨ ਰੱਖੀ ਹੈ ਭਾਓ। ਗੁਰੂ ਦੀ ਗੱਲ ਨੂੰ ਸੁਣਨਾ, ਉਹਨੂੰ ਸਮਝਣਾ, ਉਹਨੂੰ ਆਪਣੇ ਮਨ ਵਿੱਚ ਧਾਰਨ ਕਰਨਾ, ਫਿਰ ਉਹਦੇ ਤੇ ਅਮਲ ਕਰਨਾ। ਪਰ ਉਹ ਲੋਕ ਬੜੀ ਚਲਾਕੀ ਨਾਲ ਸਾਨੂੰ ਉਖੇੜਨ ਦੀ ਕੋਸ਼ਿਸ਼ ਕਰਦੇ ਹੈ ਕਿ ਜਦੋਂ ਅੱਧੀ ਗੱਲ ਅਸੀਂ ਸਹੀ ਕਹਾਂਗੇ ਕਿ ਇਹਨੂੰ ਸਮਝੋ, ਮੰਨੋ ਤੇ ਅਮਲ ਕਰੋ, ਉਹਨਾਂ ਦਾ ਜਿਹੜਾ ਮੇਨ ਪੁਆਇੰਟ ਦੋ ਕੇਵਲ ਇਹੀ ਕਹਿਣਾ ਹੁੰਦਾ ਕਿ ਇਹਨੂੰ ਰੋਜ਼ ਪੜ੍ਹਨ ਦੀ ਲੋੜ ਕੀ ਹੈ। ਇੱਕ ਹੀ ਚੀਜ਼ ਨੂੰ ਵਾਰ-ਵਾਰ ਰਿਪੀਟ ਕਾਹਤੋਂ ਕਰੀ ਜਾਣਾ? ਇਹ ਉਹਨਾਂ ਲੋਕਾਂ ਦੀਆਂ ਗੱਲਾਂ ਹੈ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦੇ ਨਾਮ ਦਾ ਰਸ ਨਹੀਂ ਹੈ। ਉਹਨਾਂ ਲੋਕਾਂ ਨੂੰ ਤੁਸੀਂ ਬੇਨਤੀ ਕਰਕੇ ਦੱਸ ਸਕਦੇ ਆ ਕਿ ਜਿਹੜੀ ਇਹ ਵਾਰ-ਵਾਰ ਦੁਹਰਾਓ ਦੀ ਕਿਰਿਆ, ਜਿਹੜਾ ਰੈਪੀਟੀਸ਼ਨ ਆ, ਇਹ ਤਾਂ ਵਿਕਾਸ ਆ। ਸਾਰਾ ਜੀਵਨ ਤਾਂ ਰੈਪੀਟੀਸ਼ਨ ਤੇ ਖੜਾ। ਜਿਨ੍ਹਾਂ ਲੋਕਾਂ ਨੂੰ ਦੁਹਰਾਓ ਚੰਗਾ ਨਹੀਂ ਲੱਗਦਾ ਤੇ ਇਹ ਦਲੀਲ ਦੇ ਕੇ ਸਾਨੂੰ ਬਾਣੀ ਪੜ੍ਹਨ ਨਾਲੋਂ, ਨਿਤਨੇਮ ਕਰਨ ਨਾਲੋਂ, ਗੁਰਦੁਆਰਾ ਸਾਹਿਬ ਜਾਣ ਨਾਲੋਂ, ਸੰਗਤ ਵਿੱਚ ਜਾਣ ਨਾਲੋਂ ਤੋੜਨ ਦੀ ਕੋਸ਼ਿਸ਼ ਕਰਦੇ ਆ। ਉਹਨਾਂ ਨੂੰ ਪੁੱਛਿਆ ਕਰੋ ਕਿ ਅਸੀਂ ਤਾਂ ਸੰਗਤ ਵਿੱਚ 24 ਘੰਟਿਆਂ ਬਾਅਦ ਅੰਮ੍ਰਿਤ ਵੇਲੇ ਰੋਜ਼ ਜਾਣਾ ਜਾਂ ਸ਼ਾਮ ਨੂੰ 2 ਸਮੇਂ ਜਾਂਦੇ ਆ। ਜਪਜੀ ਸਾਹਿਬ ਜਾਂ ਰਹਿਰਾਸ ਸਾਹਿਬ ਦਿਹਾੜੀ 'ਚ ਇੱਕ ਵਾਰੀ ਪੜ੍ਹੀਦਾ,
ਤੇ ਤੁਸੀਂ ਦਿਹਾੜੀ 'ਚ ਰੋਟੀ 3-3 ਵਾਰੀ ਖਾਈ ਜਾਂਦੇ, ਰੋਜ਼ ਖਾਈ ਜਾਂਦੇ, ਇੱਕ ਵਾਰੀ ਖਾ ਲਈ ਤੇ ਹਟ ਜਾਓ, ਰੋਜ਼ ਕਦੋਂ ਖਾਈ ਜਾਂਦੇ ਆ? ਪ੍ਰਸ਼ਾਦਾ ਸੁਬਾਹ ਛਕਿਆ, ਦੁਪਹਿਰੇ ਫੇਰ ਛਕ ਲਿਆ, ਦੁਪਹਿਰੇ ਛਕਿਆ, ਸ਼ਾਮਾਂ ਨੂੰ ਫੇਰ ਛਕ ਲਿਆ। ਵੀ ਤੁਸੀਂ ਇੱਕ ਵਾਰੀ ਛਕ ਕੇ ਪ੍ਰਸ਼ਾਦਾ ਛਕਣ ਤੋਂ ਪਰੇ ਕਿਉਂ ਨਹੀਂ ਕਰਦੇ? ਵੀ ਵਾਰ-ਵਾਰ ਕਾਹਤੋਂ ਖਾਈ ਜਾਂਦੇ ਆ? ਜੇ ਰੈਪੀਟੇਸ਼ਨ ਇੰਨਾ ਹੀ ਮਾੜਾ ਤਾਂ ਕੀ ਪ੍ਰਸ਼ਾਦਾ ਛਕਣ 'ਚ ਵਾਰ-ਵਾਰ ਰੈਪੀਟੇਸ਼ਨ ਨਹੀਂ ਹੋ ਰਿਹਾ, ਦੁਹਰਾਓ ਨਹੀਂ ਹੋ ਰਿਹਾ? ਕੀ ਇਹ ਜੀਵਨ ਨਹੀਂ? ਕੀ ਵਾਰ-ਵਾਰ ਪ੍ਰਸ਼ਾਦਾ ਛਕੇ ਜਾਣਾ ਗਲਤੀ ਹੈ? ਕੀ ਇਹ ਗੁਨਾਹ ਹੈ? ਜਿਹੜੇ ਬੰਦੇ ਨੂੰ ਵਾਰ-ਵਾਰ ਦੁਹਰਾਓ ਕਰਨਾ ਚੰਗਾ ਨਹੀਂ ਲੱਗਦਾ ਤੇ ਦਲੀਲ ਦੇ ਕੇ ਸਾਨੂੰ ਬਾਣੀ ਪੜ੍ਹਨ ਤੋਂ, ਨਿਤਨੇਮ ਕਰਨ ਤੋਂ, ਗੁਰਦੁਆਰਾ ਸਾਹਿਬ ਜਾਣ ਤੋਂ ਹਟਾਉਣ ਦੀ ਕੋਸ਼ਿਸ਼ ਕਰਦਾ ਹੈ, ਵਾਰ-ਵਾਰ ਰੋਜ਼ ਹੀ ਗੁਰਦੁਆਰੇ ਤੁਰੇ ਜਾਣਾ ਕੀ ਫਾਇਦਾ? ਰੋਜ਼ ਹੀ ਇੱਕੇ ਬਾਣੀ ਨੂੰ ਪੜ੍ਹੀ ਜਾਣਾ ਕੀ ਫਾਇਦਾ ਹੈ? ਉਹਨੂੰ ਬੇਨਤੀ ਕਰਿਆ ਕਰੋ, ਤੇਰੇ ਖੱਬੇ ਪਾਸੇ ਛਾਤੀ 'ਚ ਦਿਲ ਧੜਕ ਰਿਹਾ ਤੇ ਭਲਿਆ ਜਿਉਂ ਜੰਮਿਆ ਧੜਕੀ ਜਾਂਦਾ, ਇਹਨੂੰ ਰੋਕ ਦੇ। ਇਹਨੂੰ ਕਹੇ ਕਾਹ ਤੋਂ ਧੜਕੀ ਜਾਂਦਾ? ਬੜਾ ਚਿਰ ਧੜਕ ਲਿਆ, 15, 20, 30 ਸਾਲ ਹੋ ਗਏ ਇਹਨੂੰ ਰੋਕ ਦੇ। ਤੈਨੂੰ ਪਤਾ ਲੱਗੂ ਕਿ ਵਾਰ-ਵਾਰ ਦੀ ਧੜਕਣ, ਵਾਰ-ਵਾਰ ਦਾ ਰੈਪੀਟੇਸ਼ਨ ਜੀਵਨ ਆ ਕਿ ਬੰਦ ਕਰਨਾ ਜੀਵਨ ਆ? ਤੈਨੂੰ ਸਮਝ ਆ ਜਾਣੀ ਹੈ ਰੈਪੀਟੇਸ਼ਨ ਚਾਹੀਦਾ ਕਿ ਨਹੀਂ ਚਾਹੀਦਾ। ਇੱਕ ਥਾਂ ਤੇ ਮਨੁੱਖ ਖੜਾ ਹੈ, ਹੁਣ ਅਸੀਂ ਜਦੋਂ ਤੁਰਦੇ ਅੱਗੇ ਵੱਧਦੇ ਆ ਤੇ ਕੀ ਆਪਾਂ ਕਦਮਾਂ ਨੂੰ ਵਾਰ-ਵਾਰ ਦੁਹਰਾਓ ਨਹੀਂ ਹੁੰਦਾ? ਅੱਗੇ ਤੁਰਨ ਵਾਸਤੇ ਇੱਕ ਕਦਮ ਅੱਗੇ ਚੱਕਿਆ, ਦੂਜਾ ਫੇਰ ਅੱਗੇ ਚੱਕਿਆ, ਫੇਰ ਇਦਾਂ ਰੈਪੀਟੇਸ਼ਨ ਨਹੀਂ ਹੁੰਦਾ? ਰੈਪੀਟੇਸ਼ਨ ਇੰਨਾ ਹੀ ਮਾੜਾ। ਉਸ ਬੰਦੇ ਨੂੰ ਕੋਈ ਵੀ ਇੱਕ ਥਾਂ ਖੜਾ ਰਿਹਾ, ਬਸ ਇੱਕ ਵਾਰੀ ਕਦਮ ਚੱਕ ਲਿਆ ਤੇ ਖੜ ਜਾ, ਹੁਣ ਝੱਟੇ ਇਹੀ ਕੰਮ ਵਾਰ-ਵਾਰ ਕਦੋਂ ਕਰੀ ਜਾਂਦਾ ਹੈ? ਤੇ ਆਪਣੇ ਘਰੇ, ਆਪਣੇ ਸਕੂਲ, ਆਪਣੇ ਦਫ਼ਤਰ, ਆਪਣੇ ਖੇਤ, ਆਪਣੀ ਫੈਕਟਰੀ, ਆਪਣੀ ਦੁਕਾਨ ਤੇ ਜਾ ਕੇ ਵਿਖਾ, ਜੇ ਰੈਪੀਟੇਸ਼ਨ ਨਹੀਂ ਕਰਨਾ ਤਾਂ। ਸੂਰਜ ਵਾਰ-ਵਾਰ ਚੜ ਰਿਹਾ, ਧਰਤੀ ਵਾਰ-ਵਾਰ ਰੈਪੀਟੇਸ਼ਨ ਘੁੰਮ ਰਹੀ ਹੈ, ਸਭ ਹਰ ਪਾਸੇ ਉਹਦਾ ਰਾਹ ਹੋ ਰਿਹਾ ਹੈ। ਉਹਨਾਂ ਨੂੰ ਬੇਨਤੀ ਕਰਕੇ ਪੁੱਛਿਆ ਕਰੋ, ਸਾਰੇ ਪਾਸੇ ਜਿਹੜੀ ਸੰਸਾਰ ਦੀ ਕਿਰਿਆ ਤੋਂ ਰਾਹ ਨਾਲ ਹੀ ਚੱਲ ਰਹੀ ਹੈ, ਤੁਹਾਡੇ ਸਰੀਰ ਦੀ ਕਿਰਿਆ ਵੀ ਰੈਪੀਟੇਸ਼ਨ ਤੇ ਖੜੀ ਹੈ। ਤੇ ਇਹ ਰੈਪੀਟੇਸ਼ਨ ਜੇ ਅਸੀਂ ਵਾਰ-ਵਾਰ ਨਿਤਨੇਮ, ਸੰਗਤ ਵਿੱਚ ਜਾਣਾ, ਗੁਰਦੁਆਰਾ ਸਾਹਿਬ ਜਾਣਾ, ਇੱਥੇ ਰੈਪੀਟੇਸ਼ਨ ਅਨੋਖਾ ਤੇ ਬੁਰਾ ਕਿਉਂ ਲੱਗਦਾ? ਤੇ ਗੁਰੂ ਰਾਮਦਾਸ ਸਾਹਿਬ ਨੇ ਇਹਦਾ ਜਵਾਬ ਦਿੱਤਾ, ਕਹਿੰਦੇ ਉਹ ਲੋਕ ਨੇ ਜਿਹੜੇ ਇਦਾਂ ਦੀਆਂ ਗੱਲਾਂ ਕਰਦੇ ਆ, ਜਿਨ੍ਹਾਂ ਨੂੰ ਪ੍ਰਮਾਤਮਾ ਦੇ ਨਾਮ ਰਸ ਦੀ ਸਮਝ ਨਹੀਂ ਆਈ। ਇਹਨਾਂ ਦੇ ਅੰਦਰ ਹੰਕਾਰ ਹੈ, ਕਿਉਂਕਿ ਅੰਦਰੋਂ ਨਾਮ ਰਸ ਮਾਈਨਸ ਹੋ ਗਿਆ। ਤੇ ਜਿਹਦੇ ਅੰਦਰ ਨਾਮ ਰਸ ਮਾਈਨਸ, ਜਿਹਨੂੰ ਪ੍ਰਮਾਤਮਾ ਦੇ ਨਾਮ ਰਸ ਦੀ ਸਮਝ ਨਹੀਂ ਰਹੀ, ਜਿਹਦੇ ਅੰਦਰ ਮੈਂ ਤੇ ਹੰਕਾਰ ਨੇ ਡੇਰਾ ਲਾ ਲਿਆ, ਇਹ ਬੰਦਾ ਜੀਵਨ ਭਰ ਸੁਖੀ ਨਹੀਂ ਹੋ ਸਕਦਾ। ਗੁਰੂ ਗ੍ਰੰਥ ਸਾਹਿਬ ਨੇ ਲਿਖੀ ਕਿਹਾ ਹੈ, ਕਹਿੰਦੇ ਸਾਖਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹਉਮੈ ਕੰਡਾ ਹੈ, ਜਿਉਂ ਜਿਉਂ ਚੱਲੈ ਚੁਭੈ ਦੁੱਖ ਪਾਵਹਿ, ਜਮ ਕਾਲ ਸਹੇ ਸਿਰ ਡੰਡਾ ਹੈ। ਹੰਕਾਰੀ ਮਨੁੱਖ ਜਿਵੇਂ ਜਿਵੇਂ ਤੁਰਦਾ ਹੈ, ਅੱਗੇ ਨੂੰ ਵੱਧਦਾ ਹੈ, ਉਵੇਂ ਉਵੇਂ ਜੀਵਨ ਹੋਰ ਦੁੱਖਾਂ ਨਾਲ ਭਰਦਾ ਰਹਿੰਦਾ ਹੈ ਤੇ ਆਖਰ ਜੰਮਣ ਮਰਨ ਦਾ, ਜਮ ਕਾਲ ਦਾ ਡੰਡਾ ਇਹਨੂੰ ਸਿਰ ਵਿੱਚ ਸਹਿਣਾ ਪੈਂਦਾ। ਇਸ ਲਈ ਕਬੀਰ ਸਾਹਿਬ ਨੇ ਕਿਹਾ, ਕਹਿੰਦੇ ਮੈਨੂੰ ਕਿਸੇ ਨੇ ਪੁੱਛਿਆ ਵੀ ਕਬੀਰ ਸਾਹਿਬ, ਇੱਕ ਪਾਸੇ ਇੱਕ ਗੁਰਮੁਖ ਬੰਦਾ ਹੈ, ਸੱਚ ਨਾਲ ਜੁੜਿਆ ਹੈ, ਜਿਹਦੇ ਕੋਲ ਚੰਗੀ ਸਿੱਖਿਆ ਮਿਲ ਸਕਦੀ ਹੈ, ਉਹਦੀ ਸੰਗਤ ਵਿੱਚ ਰਹਿਣ ਦੀ ਗੱਲ ਹੈ, ਪਰ ਉਹਦੇ ਕੋਲੇ ਤੁਹਾਨੂੰ ਦੇਣ ਲਈ ਚੰਗੇ ਚੰਗੇ ਪਦਾਰਥ ਨਹੀਂ, ਉਹਦੇ ਕੋਲੇ ਰੁੱਖੀ ਸੁੱਖੀ ਰੋਟੀ ਹੈ। ਇੱਕ ਪਾਸੇ ਉਹ ਬੰਦਾ ਹੈ ਜਿਹੜਾ ਰੱਬ ਨਾਲੋਂ ਟੁੱਟਿਆ ਹੈ, ਪਰ ਉਹਦੇ ਕੋਲੇ ਤੁਹਾਨੂੰ ਦੇਣ ਨੂੰ ਸਹੂਲਤਾਂ ਬੜੀਆਂ, ਤੇ ਤੁਸੀਂ ਇਹ ਦੱਸੋ ਕਿਹੜੇ ਪਾਸੇ ਜਾਓਗੇ? ਤੁਸੀਂ ਰੱਬ ਨਾਲ ਜੁੜੇ ਬੰਦੇ ਵਾਲੇ ਪਾਸੇ ਜਾਓਗੇ ਕਿ ਰੱਬ ਨਾਲੋਂ ਟੁੱਟੇ ਬੰਦੇ ਵਾਲੇ ਪਾਸੇ ਜਾਓਗੇ? ਤੁਸੀਂ ਸੰਗਤ, ਸਤ ਸੰਗਤ ਕਰਨ ਨੂੰ ਸਹਿਮਤੀ ਦਿਓਗੇ ਕਿ ਤੁਸੀਂ ਕੁਸੰਗਤ ਵਾਲੇ ਪਾਸੇ ਨੂੰ ਜਾਓਗੇ? ਤੇ ਕਬੀਰ ਸਾਹਿਬ ਦਾ ਪਤਾ ਕੋਈ ਫੈਸਲਾ ਕੀ ਹੈ? ਕਹਿੰਦੇ ਕਬੀਰ ਸਾਧੂ ਕੀ ਸੰਗਤ ਰਹੋ, ਜਾਓ ਕਿ ਭੂਸੀ ਖਾਓ, ਹੋਣਹਾਰ ਸੋ ਹੋਏ ਹੈ, ਸਾਖਤ ਸੰਗ ਨਾ ਜਾਓ। ਮੇਰਾ ਇਹ ਫੈਸਲਾ ਹੈ ਕਿ ਮੈਨੂੰ ਚੰਗੇ ਬੰਦੇ ਦੀ ਸੰਗਤ ਵਿੱਚ ਰਹਿੰਦੇ ਆ, ਰੁੱਖੀ ਰੋਟੀ ਖਾਣੀ ਪਵੇ ਤੇ ਮਨਜ਼ੂਰ ਆ, ਮੈਂ ਖਾ ਲੂੰਗਾ, ਪਰ ਮੈਂ ਚੰਗੇ ਬੰਦੇ ਦੀ ਸੰਗਤ ਕਰੂੰਗਾ। ਜੋ ਮਰਜ਼ੀ ਹੁੰਦਾ ਰਹੇ, ਮੈਨੂੰ ਜਿੰਨੀਆਂ ਮਰਜ਼ੀ ਹੈ ਕੋਈ ਸਹੂਲਤਾਂ ਦੇਣ ਦੀ ਗੱਲ ਕਰੇ, ਜਿੰਨੇ ਮਰਜ਼ੀ ਸੁੱਖ ਦੇਣ ਦੀ ਗੱਲ ਕਰੇ, ਉਹ ਕਹਿੰਦੇ ਮੈਂ ਸਾਖਤ ਬੰਦੇ ਵਾਲੇ ਪਾਸੇ ਨਹੀਂ ਜਾਂਦਾ। ਹੋਣਹਾਰ ਸੋ ਹੋਏ ਹੈ, ਜੋ ਮਰਜ਼ੀ ਹੋ ਜੇ, ਜੋ ਹੋਣਾ ਹੁੰਦਾ ਰਹੇ, ਸਾਖਤ ਸੰਗ ਨਾ ਜਾਓ। ਮੈਂ ਸਾਖਤ ਬੰਦੇ ਦੇ ਨੇੜੇ ਦੀ ਨਹੀਂ ਲੰਘਦਾ, ਮੈਂ ਕੁਸੰਗਤ ਵਾਲੇ ਪਾਸੇ ਨੂੰ ਪੈਰ ਨਹੀਂ ਰੱਖਦਾ, ਮੈਂ ਰੁੱਖੀ ਰੋਟੀ ਖਾ ਕੇ ਸੰਗਤ ਵਿੱਚ ਬਹਿਣਾ ਪਸੰਦ ਕਰਦਾ। ਕਿਸੇ ਨੇ ਪੁੱਛਿਆ ਕਬੀਰ ਸਾਹਿਬ, ਇੱਕ ਪਾਸੇ ਰੁੱਖੀ ਰੋਟੀ ਮਿਲਦੀ ਹੈ, ਜੌਂ ਕਿ ਭੂਸੀ ਦਾ ਭਾਵ ਹੈ ਜਵਾਂ ਦੇ ਆਟੇ ਦੀ ਰੋਟੀ, ਜਾਂ ਇਹਦੇ ਅਰਥ ਲੋਕਾਂ ਨੇ ਐਵੇਂ ਕੀਤੇ ਹੈ ਕਿ ਜਵਾਂ ਦੇ ਆਟੇ 'ਚ ਸ਼ੱਕਰ ਪਾ ਕੇ ਜਿਹੜੀ ਰੋਟੀ ਪਕਾਈ ਜਾਂਦੀ ਹੈ, ਵਿਚਾਲੇ ਉਹਨੂੰ ਕਹਿੰਦੇ ਨੇ ਭੂਸੀ, ਰੁੱਖੀ ਰੋਟੀ, ਉਹ ਵੀ ਆਟਾ ਵੀ ਜਵਾਂ ਦਾ। ਕਬੀਰ ਸਾਹਿਬ ਨੂੰ ਪੁੱਛਿਆ, ਤੁਸੀਂ ਜਵਾਂ ਦੇ ਆਟੇ ਦੀ ਰੁੱਖੀ ਰੋਟੀ ਖਾਣ ਵਾਲੇ ਪਾਸੇ ਨੂੰ ਜਾਂਦੇ ਆ,
ਤੁਹਾਨੂੰ ਦੂਜੇ ਪਾਸੇ ਜਿਹੜਾ ਕੁਸੰਗਤ ਵਾਲਾ ਪਾਸਾ ਉਹਦੇ 'ਚ ਤੁਹਾਨੂੰ ਵਧੀਆ ਚੀਜ਼ਾਂ ਖਾਣ ਨੂੰ ਮਿਲਦੀਆਂ, ਉਧਰ ਨੂੰ ਕਿਉਂ ਨਹੀਂ ਜਾਂਦੇ? ਉਹਨਾਂ ਨੇ ਇੱਕ ਉਦਾਹਰਨ ਦਿੱਤੀ, ਤੁਸੀਂ ਆਪਣੇ ਘਰਾਂ 'ਚ, ਆਪਣੇ ਬਗੀਚਿਆਂ 'ਚ, ਆਪਣੇ ਖੇਤਾਂ 'ਚ ਕਦੇ ਲੱਗੇ ਵੇਖਿਓ, ਕੇਲੇ ਦਾ ਬੂਟਾ, ਉਹਦੇ ਪੱਤੇ ਬੜੇ ਕੋਮਲ ਹੁੰਦੇ ਆ। ਕਬੀਰ ਸਾਹਿਬ ਕਹਿੰਦੇ, ਮੈਂ ਇਹ ਗੱਲ ਤਾਂ ਕਹਿ ਰਿਹਾ, ਇੱਕ ਕੇਲੇ ਦੇ ਬੂਟੇ ਨੂੰ ਮੈਂ ਇੱਕ ਬੇਰੀ ਦੇ ਬੂਟੇ ਕੋਲ ਲੱਗਿਆ ਵੇਖਿਆ, ਬੇਰੀ ਦੇ ਦਰਖਤ ਕੋਲ। ਬੇਰੀ ਦੇ ਦਰਖਤ ਨੂੰ ਬੜੇ ਤਿੱਖੇ ਕੰਡੇ ਹੁੰਦੇ ਆ, ਕੇਲੇ ਦਾ ਬੂਟਾ ਬੜਾ ਕੋਮਲ ਹੁੰਦਾ ਹੈ। ਕਬੀਰ ਸਾਹਿਬ ਕਹਿੰਦੇ, ਮੈਂ ਵੇਖਿਆ ਕਿ ਉਹ ਕੇਲੇ ਦਾ ਬੂਟਾ ਬੇਰੀ ਦੇ ਨੇੜੇ ਲੱਗਾ ਸੀ। ਜਦੋਂ ਹਵਾ ਵਗੀ, ਬੇਰੀ ਦੇ ਬੂਟੇ ਨੇ ਤੇ ਕੇਲੇ ਦੇ ਬੂਟੇ ਦੋਵਾਂ ਨੇ ਝੁੱਲਣਾ ਸ਼ੁਰੂ ਕੀਤਾ, ਪਰ ਬੇਰੀ ਦੇ ਬੂਟੇ ਦਾ ਕੱਖ ਨਹੀਂ ਵਿਗੜਿਆ ਤੇ ਕੇਲੇ ਦੇ ਬੂਟੇ ਦੇ ਪੱਤੇ ਲੀਰੋ ਲੀਰ ਹੋ ਗਏ। ਉਹ ਝੂਲਾ, ਉਹ ਚੀਰੀ ਹੈ। ਜੇ ਮਾੜੀ ਸੰਗਤ ਵਿੱਚ ਜਾਏਗਾ, ਮੈਂ ਇਹ ਫੈਸਲਾ ਤਾਂ ਕੀਤਾ ਕਿ ਮੈਂ ਗੁਰਮੁਖ ਦੀ ਸੰਗਤ ਵਿੱਚ ਰਹੂੰਗਾ, ਮੈਂ ਸਤ ਸੰਗਤ ਵਿੱਚ ਬੈਠਾਂਗਾ, ਮੈਂ ਸਾਖਤ ਦੀ ਸੰਗਤ ਵਿੱਚ ਨਹੀਂ ਜਾਣਾ। ਕਿਉਂਕਿ ਜੇ ਕੋਈ ਸੰਗਤ ਵਿੱਚ ਜਾਈਏ ਤੇ ਇਦਾਂ ਦਾ ਹਾਲ ਹੋ ਜਾਂਦਾ ਜਿਵੇਂ ਬੇਰੀ ਦੇ ਕੋੜੇ ਲੱਗੇ ਕੇਲੇ ਦੇ ਬੂਟੇ ਦਾ ਹੋ ਜਾਂਦਾ। ਕਬੀਰ ਸਾਹਿਬ ਦਾ ਸਲੋਕ ਹੈ, ਕਬੀਰ ਮਾਰੀ ਮਰੋਂ ਕੁਸੰਗ ਕੀ, ਕੇਲੇ ਲੱਕ ਜੋ ਬੇਰ। ਜਿਵੇਂ ਕੇਲੇ ਦੇ ਬੂਟੇ ਕੋਲੇ ਬੇਰੀ ਲੱਗੀ ਹੈ, ਉਹ ਝੂਲਾ, ਉਹ ਚੀਰੀ ਹੈ, ਸਾਖਤ ਸੰਗ ਨਾ ਹੀਰ। ਹਵਾ ਵਗੀ ਤੇ ਦੋਵੇਂ ਝੂਲਦੇ ਨੇ, ਪਰ ਉਸ ਦੇ ਝੂਲਣ ਨੇ ਕੇਲੇ ਦੇ ਪੱਤਿਆਂ ਨੂੰ ਲੀਰੋ ਲੀਰ ਕਰਤਾ। ਇਸ ਲਈ ਜਿਵੇਂ ਮੈਂ ਕੇਲੇ ਦੇ ਬੂਟੇ ਦਾ ਹਾਲ ਵੇਖਿਆ, ਬੇਰੀ ਦੇ ਨੇੜੇ ਰਹਿੰਦਿਆਂ ਉਹ ਚੀਰਿਆ ਗਿਆ, ਉਸੇ ਤਰ੍ਹਾਂ ਜੇ ਮਾੜੀ ਸੰਗਤ ਵਿੱਚ ਕੋਈ ਮਨੁੱਖ ਬੈਠਦਾ ਹੈ, ਉਹਦਾ ਹਾਲ ਵੀ ਇਦਾਂ ਦਾ ਹੋ ਜਾਂਦਾ ਹੈ। ਉਹਦੇ ਜੀਵਨ ਵਿੱਚੋਂ ਆਤਮਿਕ ਗੁਣ, ਚੰਗਿਆਈਆਂ ਮਾਈਨਸ ਹੋ ਜਾਂਦੀਆਂ, ਮਰ ਜਾਂਦੀਆਂ, ਜਿਵੇਂ ਕੇਲੇ ਦਾ ਬੂਟਾ ਬੇਰੀ ਦੇ ਨੇੜੇ ਰਹਿੰਦਿਆਂ ਚੀਰਿਆ ਜਾਂਦਾ ਹੈ। ਇਸ ਲਈ ਕਬੀਰ ਸਾਹਿਬ ਨੂੰ ਆਪਾਂ ਨੇ ਬੇਨਤੀ ਕਰਕੇ ਪੁੱਛਿਆ, ਸਾਨੂੰ ਇਹ ਦੱਸੋ ਸੰਗਤ ਕਿਹਦੀ ਕਰਨੀ ਚਾਹੀਦੀ ਹੈ? ਉਹਨਾਂ ਨੇ ਕਿਹਾ, ਕਬੀਰ ਸੰਗਤ ਕਰੀਏ ਸਾਧ ਕੀ, ਅੰਤ ਕਰੇ ਨਿਰਵਾਹ। ਸਾਖਤ ਸੰਗ ਨਾ ਕੀਜੀਏ, ਜਾਂ ਤੇ ਹੋਏ ਬਿਨਾਹ। ਕਹਿੰਦੇ ਸੰਗਤ ਕਰਨੀ ਹੈ ਤੇ ਸਾਧ। ਹੁਣ ਸਾਧ ਕੌਣ ਹੁੰਦਾ? ਅੱਜ ਕੱਲ੍ਹ ਅਕਸਰ ਬਹੁਤਾਤ ਵਿੱਚ ਲੋਕ ਕਿਸੇ ਦੇ ਸਾਧ ਹੋਣ ਦੀ ਜਿਹੜੀ ਤਸੱਲੀ ਹੈ, ਤਸਦੀਕ ਹੈ, ਉਹਦੇ ਕੱਪੜਿਆਂ ਤੋਂ, ਉਹਦੇ ਡੇਰਿਆਂ ਤੋਂ, ਉਹਦੇ ਚੇਲਿਆਂ ਤੋਂ, ਉਹਦੇ ਮਗਰ ਲੋਕ ਕਿੰਨੇ ਹੈ, ਇਹਨਾਂ ਗੱਲਾਂ ਤੋਂ ਕਰਦੇ ਹੈ। ਧੰਨ ਗੁਰੂ ਗ੍ਰੰਥ ਸਾਹਿਬ ਨੇ ਬੇਨਤੀ ਜਦੋਂ ਅਸੀਂ ਕਰਕੇ ਪੁੱਛਿਆ ਤੇ ਜਵਾਬ ਦਿੱਤਾ, ਕਹਿੰਦੇ ਸਾਧ ਉਹਨੂੰ ਕਹੀਦਾ ਜਿਹਨੇ ਆਪਣੇ ਮਨ ਨੂੰ ਸਾਧਿਆ। ਸਾਧ ਸੋਈ ਜੇ ਮਨ ਕੋ ਸਾਧੈ, ਜਿਹਨੇ ਆਪਣੇ ਮਨ ਨੂੰ ਸਾਧ ਲਿਆ। ਹੁਣ ਮਨ ਕੀ ਹੁੰਦਾ? ਤੇ ਤੁਸੀਂ ਬੈਠੋ ਸਿਆਣੇ ਹੋ, ਜਦੋਂ ਕਦੇ ਧਾਰਮਿਕ ਪੋਥੀਆਂ ਤੁਸੀਂ ਮਨ ਦੀ ਡੈਫੀਨੇਸ਼ਨ ਪੜ੍ਹੋਗੇ, ਮਨ ਦੀ ਪਰਿਭਾਸ਼ਾ ਪੜ੍ਹੋਗੇ, ਤੇ ਉੱਥੇ ਸਿਆਣਿਆਂ ਨੇ ਮਨ ਦੀ ਪਰਿਭਾਸ਼ਾ ਇਹ ਦੱਸੀ ਹੈ ਕਿ ਜਦੋਂ ਵੀ ਆਪਾਂ ਆਪਣੇ ਅੰਦਰ ਝਾਤੀ ਮਾਰ ਕੇ ਵੇਖਦੇ ਹਾਂ, ਸਾਡੇ ਅੰਦਰ ਦੋ ਕਿਸਮ ਦੇ ਵਿਚਾਰ ਹਮੇਸ਼ਾ ਚੱਲਦੇ ਆ। ਇੱਕ ਚੰਗੇ ਵਿਚਾਰ, ਇੱਕ ਮਾੜੇ ਵਿਚਾਰ। ਦੋ ਕਿਸਮ ਦੇ ਵਿਚਾਰ ਹਰੇਕ ਮਨੁੱਖ ਦੇ ਅੰਦਰ ਹਮੇਸ਼ਾ ਚੱਲਦੇ ਨੇ। ਤੇ ਮਨ ਦੀ ਪਰਿਭਾਸ਼ਾ ਉਹਨਾਂ ਨੇ ਦੱਸੀ, ਕਹਿੰਦੇ ਚੰਗੇ ਅਤੇ ਮਾੜੇ ਵਿਚਾਰਾਂ ਦਾ ਜੋੜ ਇਜ਼ ਇਕੁਅਲ ਟੂ ਮਨ। ਤੁਹਾਡੇ ਅੰਦਰ ਜਿੰਨੇ ਵਿਚਾਰ ਚੱਲਦੇ ਨੇ, ਚੰਗੇ ਨੇ ਮਾੜੇ ਨੇ, ਉਹਨਾਂ ਸਾਰਿਆਂ ਨੂੰ ਜੋੜ ਲਿਆ ਜਾਏ, ਜਿਹੜਾ ਜਵਾਬ ਆਊਗਾ ਮਨ। ਹੁਣ ਸਾਧ ਉਹਨੂੰ ਕਹਿੰਦੇ ਜਿਹਨੇ ਮਨ ਨੂੰ ਸਾਧਿਆ। ਮਨ ਨੂੰ ਸਾਧਣ ਦੇ ਅਰਥ ਇਹ ਹੋਏ ਜਿਹਨੇ ਆਪਣੇ ਵਿਚਾਰਾਂ ਨੂੰ ਸੋਧ ਲਿਆ, ਜਿਹਦੇ ਵਿਚਾਰਾਂ ਵਿੱਚੋਂ ਖੋਟ ਖਤਮ ਹੋ ਗਈ ਹੈ। ਹੁਣ ਸਾਧ ਕੀ ਹੈ? ਜਿਹਦੇ ਵਿਚਾਰ ਚੰਗੇ ਹੈ, ਕਿਉਂਕਿ ਸਾਡੇ ਜੀਵਨ ਦਾ ਆਧਾਰ ਸਾਡੇ ਵਿਚਾਰ ਹੀ ਹੁੰਦੇ ਹੈ। ਅਸੀਂ ਕੋਈ ਵੀ ਕੰਮ ਕਰਦੇ ਹਾਂ, ਦੋ ਗੱਲਾਂ ਦਾ ਬੜਾ ਨੇੜਲਾ ਸੰਬੰਧ ਹੈ, ਆਚਾਰ ਅਤੇ ਵਿਚਾਰ। ਆਚਾਰ ਕਹਿੰਦੇ ਨੇ ਕੰਮਕਾਰ ਨੂੰ, ਤੁਹਾਡੀ ਐਕਟੀਵਿਟੀ ਨੂੰ, ਪਰ ਤੁਹਾਡੀ ਹਰ ਐਕਟੀਵਿਟੀ ਦਾ ਬੇਸ ਤੁਹਾਡੇ ਵਿਚਾਰ ਹੁੰਦੇ ਆ। ਕੁਝ ਵੀ ਕਰਨ ਤੋਂ ਪਹਿਲਾਂ ਅਸੀਂ ਵਿਚਾਰਦੇ ਆ, ਉਹਦੇ ਬਾਰੇ ਸੋਚਦੇ ਆ। ਹੁਣ ਜਦੋਂ ਸਾਡੇ ਵਿਚਾਰ ਚੰਗੇ ਆ ਤਾਂ ਆਚਾਰ ਚੰਗਾ ਹੋ ਸਕਦਾ, ਕੰਮ ਚੰਗੇ ਹੋ ਸਕਦੇ ਆ। ਜਿਸ ਮਨੁੱਖ ਦੀ ਸੋਚ ਚੰਗੀ ਨਹੀਂ, ਉਹਦੇ ਕੰਮ ਚੰਗੇ ਨਹੀਂ ਹੋ ਸਕਦੇ, ਉਹਦੀਆਂ ਕਰਤੂਤਾਂ ਚੰਗੀਆਂ ਨਹੀਂ ਹੋ ਸਕਦੀਆਂ। ਇਸ ਲਈ ਸਾਧ ਦੇ ਅਰਥ ਕੀ ਹੋਏ? ਜਿਹਦੇ ਵਿਚਾਰ ਸ਼ੁੱਧ ਨੇ। ਜਿਹਦੇ ਵਿਚਾਰ ਸ਼ੁੱਧ ਹੈ, ਉਹਦਾ ਆਚਾਰ ਸ਼ੁੱਧ ਹੋ ਜਾਂਦਾ ਹੈ, ਉਹਦੇ ਕੰਮ ਚੰਗੇ ਹੋ ਜਾਂਦੇ ਹੈ,
ਉਹਦੇ ਐਕਟੀਵਿਟੀਜ਼ ਸਾਰੀਆਂ ਸ਼ੁੱਧ ਹੋ ਜਾਂਦੀਆਂ, ਉਹਦੇ ਕੰਮਾਂ 'ਚ ਕਿਤੇ ਖੋਟ ਨਹੀਂ ਰਹਿੰਦਾ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸੰਗਤ ਕੀ ਕਰਨੀ ਚਾਹੀਦੀ ਹੈ, ਜਿਸ ਮਨੁੱਖ ਦੇ ਵਿਚਾਰ ਚੰਗੇ ਨੇ। ਚੰਗੇ ਵਿਚਾਰ ਕਿੱਥੋਂ ਆਉਣੇ ਆ? ਜਿੱਥੇ ਆਪਾਂ ਬੈਠੇ ਆ, ਦੇਖੋ ਸਕੂਲਾਂ 'ਚ ਤੁਸੀਂ ਆਏ ਹੋ, ਕਾਲਜਾਂ 'ਚੋਂ ਆਏ ਹੋ। ਐਜੂਕੇਸ਼ਨ ਦੋ ਕਿਸਮ ਦੀ ਹੈ, ਇੱਕ ਸੰਸਾਰਕ ਵਿਦਿਆ, ਇੱਕ ਅਧਿਆਤਮਿਕ ਵਿਦਿਆ। ਸਕੂਲਾਂ ਵਿੱਚ ਜਾਣਾ ਪੈਂਦਾ ਜੇ ਮਨੁੱਖ ਨੇ ਵਿਦਿਆ ਸਿੱਖਣੀ ਹੈ। ਹੁਣ ਸਾਡੇ ਕੋਲੇ ਸੰਸਾਰਕ ਵਿਦਿਆ ਵਾਲੇ ਸਕੂਲ ਬੜੇ ਨੇ, ਹਰ 2 ਮੀਲ ਤੇ ਸ਼ਾਇਦ ਇੰਨੇ ਹੋਟਲ ਨਹੀਂ ਰਹੇ ਕਿ ਜਿੰਨੇ ਅੱਜ ਕੱਲ੍ਹ ਪਬਲਿਕ ਸਕੂਲ ਬਣ ਗਏ ਆ। ਹਰ 2 ਕਿਲੋਮੀਟਰ ਤੇ ਸਕੂਲ ਤੁਹਾਨੂੰ ਮਿਲ ਜਾਣਾ ਹੈ। ਮਾੜਾ ਨਹੀਂ ਮੈਂ ਕਹਿੰਦਾ ਇਹਨੂੰ, ਮੇਰਾ ਕਹਿਣ ਦਾ ਭਾਵ ਸੀ ਕਿ ਸੰਸਾਰਕ ਵਿਦਿਆ ਦੀ ਪ੍ਰਾਪਤੀ ਵੀ ਬੜੇ ਸਾਧਨ ਨੇ ਅੱਜ ਕੱਲ੍ਹ। ਇੰਟਰਨੈਟ ਦਾ ਯੁੱਗ ਹੈ, ਤੁਸੀਂ ਆਪਣੇ ਘਰ ਬੈਠੇ ਕੰਪਿਊਟਰ ਤੇ ਵੀ ਪੜ੍ਹ ਸਕਦੇ ਹੋ, ਔਰ ਬੜੀ ਐਜੂਕੇਸ਼ਨ ਤੁਸੀਂ ਕੰਪਿਊਟਰ ਤੋਂ ਲੈਂਦੇ ਹੋ। ਪਰ ਜਿੱਥੇ ਸਾਡੇ ਕੋਲ ਸੰਸਾਰਕ ਵਿਦਿਆ ਦੇ ਬੜੇ ਕੇਂਦਰ ਹੈ, ਉੱਥੇ ਅਧਿਆਤਮਿਕ ਵਿਦਿਆ ਦਾ ਕੇਂਦਰ ਇੱਕੋ ਹੀ ਹੈ। ਸੰਸਾਰਕ ਵਿਦਿਆ ਵੀ ਸਕੂਲ 'ਚੋਂ ਮਿਲਦੀ ਹੈ, ਅਧਿਆਤਮਿਕ ਵਿਦਿਆ ਵੀ ਸਕੂਲ 'ਚੋਂ ਮਿਲਦੀ ਹੈ। ਤੇ ਉਹ ਸਕੂਲ ਕਿਹੜਾ ਹੈ? ਸਤਿਗੁਰੂ ਸਾਹਿਬ ਦੀ ਪਾਵਨ ਬਾਣੀ ਦੇ ਬੋਲ ਹੈ, ਜਿੱਥੋਂ ਸਾਡੇ ਵਿਚਾਰ ਸ਼ੁੱਧ ਹੁੰਦੇ ਹੈ, ਜਿੱਥੋਂ ਸਾਡਾ ਆਚਾਰ ਸ਼ੁੱਧ ਹੁੰਦਾ ਹੈ, ਜਿੱਥੇ ਔਗਣ ਮਾਈਨਸ ਹੁੰਦੇ ਆ ਤੇ ਗੁਣ ਗ੍ਰਹਿਣ ਕੀਤੇ ਜਾਂਦੇ ਆ। ਉਸ ਸਕੂਲ ਦਾ ਨਾਂ ਹੈ ਜੀ ਸਤ ਸੰਗਤ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਤੁਕ ਹੈ, ਸਤ ਸੰਗਤ ਸਤਿਗੁਰ ਟਕਸਾਲ ਹੈ, ਜਿਤ ਹਰ ਗੁਣ ਸਿੱਖਾ। ਸਤ ਸੰਗਤ ਗੁਰੂ ਦਾ ਸਕੂਲ ਹੈ। ਇਸ ਸਕੂਲ ਵਿੱਚ ਕੀ ਸਿਖਾਇਆ ਜਾਂਦਾ? ਗੁਰੂ ਦੇ ਗੁਣ। ਹੁਣ ਤੁਸੀਂ ਸਕੂਲ ਜਾਂਦੇ ਹੋ, ਤੁਹਾਨੂੰ ਇਹ ਪਤਾ ਹੈ ਕਿ ਸਕੂਲ ਦਾ ਇੱਕ ਡਿਸਿਪਲਿਨ ਹੁੰਦਾ ਹੈ, ਇੱਕ ਯੂਨੀਫਾਰਮ ਹੈ, ਕੁਝ ਸਿਲੇਬਸ ਆ। ਹੁਣ ਯੂਨੀਫਾਰਮ ਵੀ ਜ਼ਰੂਰੀ ਹੈ, ਉਸ ਸਕੂਲ ਦਾ ਡਿਸਿਪਲਿਨ ਵੀ ਜ਼ਰੂਰੀ ਹੈ, ਪਰ ਜਿਹੜਾ ਸਿਲੇਬਸ ਉਹ ਕਵਰ ਕਰਨਾ ਵੀ ਜ਼ਰੂਰੀ ਹੈ। ਜਿਹੜਾ ਬੱਚਾ ਸਕੂਲ ਜਾਏ ਨਾ, ਜਿਹਦੇ ਕੋਲ ਯੂਨੀਫਾਰਮ ਹੀ ਨਹੀਂ, ਜਿਹੜਾ ਆਪਣਾ ਸਿਲੇਬਸ ਹੀ ਨਹੀਂ ਕਵਰ ਕਰਦਾ, ਉਹ ਬੱਚਾ ਸੰਸਾਰਕ ਪੱਖ ਤੋਂ ਵਿਕਾਸ ਕਰ ਸਕੇ ਐਸਾ ਸੰਭਵ ਨਹੀਂ। ਤੇ ਜੇ ਹੁਣ ਇੱਕ ਬੱਚੇ ਨੇ ਅਧਿਆਤਮਿਕ ਸਿੱਖਿਆ ਜਿਹੜੀ ਸਾਨੂੰ ਗੁਰੂ ਦੇ ਸਕੂਲ ਵਿੱਚੋਂ ਮਿਲਣੀ ਹੈ, ਸਤ ਸੰਗਤ ਵਿੱਚੋਂ ਮਿਲਣੀ ਹੈ, ਉੱਥੇ ਜਾਏ ਹੀ ਨਾ, ਉਹਦੇ ਕੋਲ ਯੂਨੀਫਾਰਮ ਹੀ ਨਾ ਹੋਵੇ, ਉਹ ਆਪਣਾ ਸਿਲੇਬਸ ਹੀ ਨਾ ਕਵਰ ਕਰਦਾ ਹੋਵੇ, ਤੇ ਆਪਾਂ ਇਹ ਸੋਚੀਏ ਕਿ ਜੀਵਨ ਅਧਿਆਤਮਕ ਗੁਣਾਂ ਨਾਲ ਭਰ ਜੇ, ਐਸਾ ਸੰਭਵ ਨਹੀਂ। ਜੀਵਨ ਵਿੱਚੋਂ ਔਗਣ ਨਿਕਲ ਜਾਣ, ਗੁਣ ਆ ਜਾਣ, ਐਸਾ ਸੰਭਵ ਨਹੀਂ ਹੋ ਸਕਦਾ। ਇਸ ਲਈ ਜਿਵੇਂ ਆਪਾਂ ਸਕੂਲ ਵਿੱਚ ਜਾਈਦਾ, ਡਿਸਿਪਲਿਨ ਨਾਲ ਰਹੀਦਾ, ਉੱਥੇ ਆਪਣਾ ਸਿਲੇਬਸ ਕਵਰ ਕਰੀਦਾ, ਉੱਥੇ ਅਧਿਆਤਮਕ ਗੁਣਾਂ ਦੀ ਵੀ ਲੋੜ ਹੈ, ਧਰਮ ਦੀ ਵੀ ਲੋੜ ਹੈ, ਤਾਂ ਕਿ ਜੀਵਨ ਵਿੱਚੋਂ ਗੁਣ ਜਿਹੜੇ ਹੈ ਪ੍ਰਵੇਸ਼ ਕਰਨ, ਇਹ ਔਗਣ ਆਪਣੇ ਆਪ ਖਤਮ ਹੋ ਜਾਣ। ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਤੁਕ ਸੁਣੀ ਹੋਣੀ ਹੈ। ਸਤਿਗੁਰੂ ਸਾਹਿਬ ਕਹਿੰਦੇ ਨੇ, ਜਿਵੇਂ ਕਿਸੇ ਨੂੰ ਆਪਾਂ ਗਲ ਵਿੱਚ ਜੰਜੀਰ ਪਾ ਕੇ ਬੰਨ੍ਹ ਦਈਏ ਤੇ ਉਹ ਬੰਦਾ ਸੁਖੀ ਨਹੀਂ ਰਹਿ ਸਕਦਾ। ਪੈਰ ਨੂੰ ਲੱਗੀ ਜੰਜੀਰ, ਹੱਥ ਨੂੰ ਲੱਗੀ ਜੰਜੀਰ, ਉਸ ਬੰਦੇ ਨੂੰ ਸਾਡੇ ਸਾਹਮਣੇ ਕੈਦੀ ਦੇ ਰੂਪ ਵਿੱਚ ਪੇਸ਼ ਕਰਦੀ ਹੈ। ਉਹਦਾ ਜੀਵਨ ਬੜੀਆਂ ਚਿੰਤਾਵਾਂ ਤੇ ਫਿਕਰਾਂ ਨਾਲ ਭਰਿਆ ਹੁੰਦਾ ਹੈ। ਜੰਜੀਰ ਦਾ ਖੁੱਲ੍ਹ ਜਾਣਾ ਉਹਦੀ ਆਜ਼ਾਦੀ ਦਾ ਸੂਚਕ ਹੈ। ਤੇ ਸਤਿਗੁਰੂ ਸਾਹਿਬ ਨੇ ਕਿਹਾ, ਜਿਵੇਂ ਇੱਕ ਕੈਦੀ ਦਾ ਜੀਵਨ ਸੁਖਮਈ ਨਹੀਂ ਹੁੰਦਾ, ਚਿੰਤਾਵਾਂ ਤੇ ਫਿਕਰਾਂ ਨਾਲ ਭਰਿਆ ਹੁੰਦਾ ਹੈ, ਇਸੇ ਤਰ੍ਹਾਂ ਜਿਹੜਾ ਬੰਦਾ ਔਗਣਾਂ ਨਾਲ ਭਰਿਆ ਹੈ, ਉਹ ਵੀ ਸਮਝੋ ਵੀ ਹਰ ਪਾਸੇ ਤੋਂ ਜੰਜੀਰਾਂ ਨਾਲ ਜਕੜਿਆ ਹੈ, ਉਹਦਾ ਜੀਵਨ ਸੁਖੀ ਨਹੀਂ ਹੋ ਸਕਦਾ। ਨਾਨਕ ਔਗਣ ਜੇਤੜੇ ਤੇ ਗਲੀ ਜੰਜੀਰ। ਜਿੰਨੇ ਵੀ ਔਗਣ ਨੇ ਉਹ ਮਨੁੱਖ ਦੇ ਗਲ ਵਿੱਚ ਪਈਆਂ ਹੋਈਆਂ ਲੋਹੇ ਦੀਆਂ ਜੰਜੀਰਾਂ ਹੈ, ਤੇ ਜਿਹਦੇ ਗਲ ਵਿੱਚ ਇੱਕ ਦੀ ਥਾਂ ਤੇ ਕਈ ਜੰਜੀਰਾਂ ਹੋਣ, ਉਸ ਦਾ ਜੀਵਨ ਸੁਖਮਈ ਹੋ ਸਕੇ, ਐਸਾ ਸੋਚਿਆ ਵੀ ਨਹੀਂ ਜਾ ਸਕਦਾ। ਸਤ ਸੰਗਤ ਗੁਰੂ ਦਾ ਸਕੂਲ ਹੈ, ਜਿੱਥੇ ਪ੍ਰਮਾਤਮਾ ਦੇ ਗੁਣ ਸਿਖਾਏ ਜਾਂਦੇ ਹੈ। ਤੇ ਆਪ ਜੀ ਨੂੰ ਇਹ ਵੀ ਪਤਾ ਹੋਣਾ ਹੈ ਕਿ ਜਿੰਨੇ ਔਗਣ ਨੇ ਉਹਨਾਂ ਦੀ ਆਪਣੀ ਕੋਈ ਹੋਂਦ ਨਹੀਂ। ਔਗਣ ਗੁਣਾਂ ਦੀ ਅਣਹੋਂਦ ਦਾ ਨਾਂ ਹੈ। ਜਦੋਂ ਗੁਣ ਮਾਈਨਸ ਹੁੰਦੇ ਹੈ, ਉਦੋਂ ਬੰਦੇ 'ਚ ਔਗਣ ਆਪਣੇ ਆਪ ਆ ਜਾਂਦੇ ਹੈ। ਰਹਿਰਾਸ ਸਾਹਿਬ ਸ਼ਾਮ ਨੂੰ ਪੜ੍ਹਿਓ, ਤੁਹਾਨੂੰ ਇੱਕ ਸ਼ੱਕ ਜਿਹੜਾ ਉਹ ਨਿਕਲ ਜਾਣਾ ਹੈ ਕਿ ਸੱਚੇ ਪਾਤਸ਼ਾਹ ਕਿਸੇ ਬੰਦੇ 'ਚ ਬੜੇ ਗੁਣ ਹੈ, ਕਿਸੇ 'ਚ ਬੜੇ ਔਗਣ ਨੇ। ਇਹ ਵਿਤਕਰਾ ਰੱਬ ਨੇ ਕਾਹਤੋਂ ਕੀਤਾ? ਕਿਸੇ ਨੂੰ ਨਿਰੇ ਗੁਣ ਦਿੱਤੇ ਆ, ਕਿਸੇ ਕੋਲੇ ਬਹੁਤ ਔਗਣ ਨੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਵੀ ਭਲਿਆ ਰੱਬ ਨੇ ਤਾਂ ਵਿਤਕਰਾ ਨਹੀਂ ਕੀਤਾ, ਔਗਣ ਰੱਬ ਨੇ ਤਾਂ ਨਹੀਂ ਦਿੱਤੇ। ਅਸੀਂ ਕਹਿੰਦੇ ਫਿਰ ਔਗਣ ਆਏ ਕਿੱਥੋਂ? ਤੇ ਪੰਚਮ ਗੁਰਦੇਵ ਨੇ ਉਹਦਾ ਜਵਾਬ ਦਿੱਤਾ, ਕਹਿੰਦੇ ਗੁਣ ਤਾਂ ਰੱਬ ਨੇ ਦਿੱਤੇ ਸੀ,
ਪਰ ਤੂੰ ਜਦੋਂ ਪ੍ਰਮਾਤਮਾ ਨੂੰ ਭੁੱਲ ਗਿਆ ਤੇ ਗੁਣ ਤੂੰ ਗਾਲ ਲੈ ਖਰਾਬ ਹੋ ਗਏ। ਹਰ ਬਿਸਰਤ ਤੇਰੇ ਗੁਣ ਗਲਿਆ। ਜਿਵੇਂ ਤੁਹਾਡੇ ਕੋਲੇ ਲਾਈਟ ਜਗ ਰਹੀ ਹੈ, ਇਹ ਪੱਖਾ ਘੁੰਮ ਰਿਹਾ, ਵੇਖੋ ਇਹਦੇ 'ਚ ਤਾਕਤ ਕਿੱਥੋਂ ਆ ਰਹੀ ਹੈ? ਇਹਨੂੰ ਘੁੰਮਣ ਦੀ ਸ਼ਕਤੀ ਕਿੱਥੋਂ ਮਿਲ ਰਹੀ ਹੈ? ਇਹਨੂੰ ਚਾਨਣ ਬਣਨ ਦੀ ਤਾਕਤ ਕਿੱਥੋਂ ਮਿਲ ਰਹੀ ਹੈ? ਇਹ ਪਿੱਛੇ ਕਿਸੇ ਪਾਵਰ ਸੋਰਸ ਨਾਲ ਜੁੜਿਆ ਹੋਇਆ, ਉਹ ਸੋਮੇ ਨਾਲ ਜੁੜਿਆ ਜਿੱਥੋਂ ਸ਼ਕਤੀ ਮਿਲ ਰਹੀ ਹੈ। ਹੁਣ ਜੇ ਆਪਾਂ ਇਹਨੂੰ ਇਹਦੇ ਪਾਵਰ ਸੋਰਸ ਨਾਲ ਡਿਸਕਨੈਕਟ ਕਰ ਦਈਏ ਤਾਂ ਕੀ ਹੋਊਗਾ? ਉਸੇ ਵੇਲੇ ਚਾਨਣ ਮਾਈਨਸ ਹੋ ਜਾਊਗਾ, ਇਹਦੀ ਰੋਟੇਸ਼ਨ ਬੰਦ ਹੋ ਜਾਊਗੀ, ਇਹਦੇ ਵਿੱਚ ਜਿਹੜੀ ਐਕਟੀਵੇਸ਼ਨ ਹੈ ਬੰਦ ਹੋ ਜਾਊਗੀ ਸਾਰੀ। ਕਿਉਂ ਬੰਦ ਹੋ ਗਈ? ਕਿਉਂਕਿ ਜਿੱਥੋਂ ਸ਼ਕਤੀ ਮਿਲਦੀ ਸੀ ਉਹਦੇ ਨਾਲ ਟੁੱਟ ਗਿਆ ਤੇ ਸਭ ਕੁਝ ਖਤਮ ਹੋ ਗਿਆ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹ ਨਹੀਂ ਕਿ ਰੱਬ ਨੇ ਵਿਤਕਰਾ ਕੀਤਾ ਵੀ ਔਗਣ ਰੱਬ ਪਾ ਕੇ ਘੱਲਦਾ, ਨਹੀਂ, ਰੱਬ ਨੇ ਤੈਨੂੰ ਗੁਣ ਹੀ ਦਿੱਤੇ ਸੀ, ਪਰ ਤੂੰ ਜਦੋਂ ਆਪਣੇ ਪਾਵਰ ਸੋਰਸ ਨਾਲੋਂ ਟੁੱਟ ਗਿਆ, ਜਿੱਥੋਂ ਗੁਣ ਮਿਲਦੇ ਸੀ ਤੇ ਗੁਣ ਮਾਈਨਸ ਹੋ ਗਏ, ਔਗਣ ਉਹਨਾਂ ਦੀ ਥਾਂ ਤੇ ਆ ਗਏ। ਜਿਵੇਂ ਹਨੇਰੇ ਦੀ ਕੋਈ ਹੋਂਦ ਨਹੀਂ, ਇੱਕ ਕਮਰੇ 'ਚ 500 ਸਾਲ ਦਾ ਹਨੇਰਾ ਹੋਵੇ ਤੇ ਆਪਾਂ ਉੱਥੇ ਦੀਵਾ ਜਗਾਈਏ, ਚਾਨਣ ਕਰੀਏ, ਤੇ ਕੀ ਉਸ ਹਨੇਰੇ ਨੂੰ ਦੂਰ ਹੁੰਦਿਆਂ 500 ਸਾਲ ਲੱਗਣਾ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਬੋਲ, ਦੀਵਾ ਬੜਾ ਅੰਧੇਰਾ ਜਾਏ। ਹਨੇਰੇ ਦੀ ਹੋਂਦ ਹੀ ਨਹੀਂ ਕੋਈ, ਚਾਨਣ ਦੀ ਅਣਹੋਂਦ ਦਾ ਨਾਂ ਹਨੇਰਾ ਹੈ। ਹਨੇਰੇ ਦਾ ਆਪਣਾ ਕੋਈ ਵਜੂਦ ਨਹੀਂ। ਜਿਵੇਂ ਚਾਨਣ ਦੀ ਅਣਹੋਂਦ ਦਾ ਨਾਂ ਹਨੇਰਾ ਹੈ, ਉਵੇਂ ਗੁਣਾਂ ਦੀ ਅਣਹੋਂਦ ਦਾ ਨਾਂ ਔਗਣ ਹੈ। ਔਗਣਾਂ ਦੀ ਕੋਈ ਹੋਂਦ ਨਹੀਂ, ਪਰ ਜਦ ਅਸੀਂ ਆਪਣੇ ਅੰਦਰੋਂ ਗੁਣ ਗਵਾ ਬੈਠੇ, ਉਹਨਾਂ ਦੀ ਖਾਲੀ ਥਾਂ ਜਿਹੜੀ ਹੈ, ਉਹਨੂੰ ਜਿਹੜੀ ਚੀਜ਼ ਆ ਕੇ ਕਵਰ ਕਰਦੀ ਉਹਨੂੰ ਔਗਣ ਕਹੀਦਾ। ਮੰਨ ਲਓ ਇੱਕ ਮਨੁੱਖ ਵਿੱਚੋਂ ਸੰਤੋਖ ਖਤਮ ਹੋ ਗਿਆ, ਸੰਤੋਖ। ਹੁਣ ਜਦੋਂ ਸਾਡੇ ਅੰਦਰੋਂ ਸੰਤੋਖ ਮਾਈਨਸ ਹੋ ਗਿਆ, ਸਬਰ ਸਾਡੇ ਅੰਦਰੋਂ ਖਤਮ ਹੋ ਗਿਆ, ਉਹਦੀ ਥਾਂ ਤੇ ਜਿਹੜਾ ਔਗਣ ਆਉਂਦਾ, ਉਹ ਖਾਲੀ ਥਾਂ ਨੂੰ ਜਿਹੜਾ ਕਵਰ ਕਰਦਾ ਉਹਨੂੰ ਲੋਭ ਕਹਿੰਦੇ ਨੇ, ਲੋਭ। ਪਰ ਇੱਕ ਬੰਦਾ 200 300 500 700 ਸਾਲ ਲੋਭੀ ਜੀਵਨ ਬਿਤਾਉਂਦਾ ਰਹੇ, ਜਿਸ ਦਿਨ ਗੁਰੂ ਦੀ ਕਿਰਪਾ ਨਾਲ ਸੰਤੋਖ ਅੰਦਰ ਆ ਗਿਆ, ਲੋਭ ਉਸੇ ਵੇਲੇ ਖਤਮ ਹੋ ਜਾਣਾ। ਲੋਭ ਦੀ ਕੋਈ ਹੋਂਦ ਨਹੀਂ, ਪਰ ਇਹ ਲੱਗਦਾ ਹੈ ਜਿੰਨਾ ਚਿਰ ਅੰਦਰ ਸੰਤੋਖ ਨਹੀਂ, ਗੁਣਾਂ ਦੀ ਅਣਹੋਂਦ ਦਾ ਨਾ ਹੀ ਔਗਣ ਹੈ। ਤੇ ਸਤਿਗੁਰੂ ਸਾਹਿਬ ਕਹਿੰਦੇ ਨੇ ਜਿੰਨੇ ਔਗਣ ਹੈ ਉਨੇ ਹੀ ਬੰਦੇ ਦੇ ਗਲ ਵਿੱਚ ਪਈਆਂ ਹੋਈਆਂ ਲੋਹੇ ਦੀਆਂ ਜੰਜੀਰਾਂ ਹੈ। ਤੇ ਤੁਸੀਂ ਖੁਦ ਅੰਦਾਜ਼ਾ ਲਾ ਕੇ ਵੇਖੋ ਕਿ ਇੱਕ ਸੁਤੰਤਰ ਮਨੁੱਖ ਸੁਖੀ ਰਹਿ ਸਕਦਾ ਕਿ ਜਕੜਿਆ ਹੋਇਆ ਬੰਦਾ ਸੁਖੀ ਰਹਿ ਸਕਦਾ? ਇੱਕ ਆਜ਼ਾਦ ਮਨੁੱਖ ਸੁਖੀ ਰਹਿ ਸਕਦਾ ਹੈ। ਜਿਹਨੂੰ ਆਪਾਂ ਹਰ ਪਾਸੇ ਤੋਂ ਜੰਜੀਰਾਂ ਪਾ ਕੇ ਬੰਨ੍ਹ ਲਈਏ ਤੇ ਕੈਦ ਕਰ ਲਈਏ, ਉਹ ਬੰਦਾ ਸੁਖੀ ਨਹੀਂ ਰਹਿ ਸਕਦਾ। ਹੁਣ ਆਪਾਂ ਹੀ ਚਾਹੁੰਦੇ ਕਿ ਜੀਵਨ ਸੁਖੀ ਰਹੇ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਭਰਿਆ ਜੇ ਜੀਵਨ ਸੁਖੀ ਚਾਹੀਦਾ ਤੇ ਫਿਰ ਆਪਣੇ ਗਲ 'ਚ ਪਈਆਂ ਹੋਈਆਂ ਲੋਹੇ ਦੀਆਂ ਜੰਜੀਰਾਂ ਖੋਲ। ਜਿੰਨੇ ਔਗਣ ਹੈ ਉਹ ਤੇਰੇ ਗਲ ਵਿੱਚ ਪਈਆਂ ਲੋਹੇ ਦੀਆਂ ਜੰਜੀਰਾਂ ਹੈ। ਅਸੀਂ ਕਹਾਂ ਸੱਚੇ ਪਾਤਸ਼ਾਹ ਜੇ ਲੋਹੇ ਦੀਆਂ ਜੰਜੀਰਾਂ ਹੈ ਤੇ ਸਾਨੂੰ ਦੱਸੋ ਕਿ ਇਹ ਕੱਟੀਆਂ ਕਿਵੇਂ ਜਾਣਗੀਆਂ? ਤੇ ਸਤਿਗੁਰੂ ਸਾਹਿਬ ਨੇ ਉਹਦਾ ਜਵਾਬ ਦਿੱਤਾ ਹੈ, ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਇਹਨਾਂ ਔਗਣਾਂ ਦੀਆਂ ਜੰਜੀਰਾਂ ਨੂੰ ਤਾਂ ਕੱਟਿਆ ਜਾ ਸਕਦਾ ਜੇ ਤੇਰੇ ਕੋਲੇ ਗੁਣ ਆ ਜਾਣ। ਗੁਣ ਕਿਹਦੇ ਕੋਲ ਮਿਲਣਗੇ? ਕਈ ਵਾਰੀ ਆਪਾਂ ਵੇਖਦੇ ਹਾਂ ਲੋਕ ਗੁਣਾਂ ਦੀ ਭਾਲ ਵਿੱਚ ਉਹਨਾਂ ਥਾਵਾਂ ਤੇ ਜਾਂਦੇ ਰਹੇ ਜਿਨ੍ਹਾਂ ਕੋਲੇ ਆਪਣੇ ਕੋਲੇ ਗੁਣ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਬੋਲ ਹੈ, ਕਹਿੰਦੇ ਜਿਹੜੀ ਚੀਜ਼ ਮਾਲਕ ਕੋਲੇ ਨਹੀਂ ਉਹ ਸੇਵਾਦਾਰ ਨੂੰ, ਆਪਣੇ ਨੌਕਰ ਨੂੰ ਕਿਵੇਂ ਦੇਊਗਾ? ਜੋ ਸਾਹਿਬ ਕੈ ਘਰ ਵੱਸ ਹੋਵੇ ਸੋ ਨਫਰੇ ਹੱਥ ਆਵੇ, ਅਣਹੋਂਦੀ ਕਿੱਥੋਂ ਪਾਏ? ਜਿਹੜੀ ਚੀਜ਼ ਮਾਲਕ ਕੋਲੇ ਨਹੀਂ ਉਹ ਆਪਣੇ ਸੇਵਕ ਨੂੰ ਕਿੱਥੋਂ ਦੇਊਗਾ? ਤੇ ਆਪਾਂ ਵੇਖਦੇ ਆ ਜੇ ਸਾਹਿਬ ਕੈ ਘਰ ਵੱਸ ਹੋਵੇ ਸੋ ਨਫਰੇ ਹੱਥ ਆਵੇ, ਜਿਹੜੀ ਚੀਜ਼ ਮਾਲਕ ਕੋਲੇ ਹੈ ਸੇਵਕ ਕੋਲੇ ਉਹੀ ਆ ਸਕਦੀ ਹੈ। ਇਸ ਲਈ ਗੁਣਾਂ ਦੀ ਭਾਲ ਵਿੱਚ ਘਰੋਂ ਨਿਕਲੇ ਲੋਕ ਆਪਾਂ ਵੇਖਦੇ ਕਿ ਔਗਣਾਂ ਨਾਲ ਝੋਲੀਆਂ ਭਰ ਕੇ ਘਰੋਂ ਆ ਜਾਂਦੇ ਆ, ਕਿਉਂਕਿ ਉਹ ਗਏ ਉਹਨਾਂ ਲੋਕਾਂ ਕੋਲ ਜਿਨ੍ਹਾਂ ਕੋਲ ਗੁਣ ਹੀ ਨਹੀਂ, ਉਹ ਖੁਦ ਹੀ ਔਗਣਾਂ ਨਾਲ ਭਰੇ ਹੈ। ਲੋਕਾਂ ਨੂੰ ਧਰਮ ਦੀ ਸੇਧ ਦੇਣ ਵਾਲੇ, ਪਰਮਾਤਮਾ ਨਾਲ ਮਿਲਾਉਣ ਦੀਆਂ ਗੱਲਾਂ ਕਰਨ ਵਾਲੇ, ਖੁਦ ਅਦਾਲਤਾਂ 'ਚ ਹੱਥ ਬੰਨ੍ਹੀ ਫਿਰਦੇ ਹੈ, ਖੁਦ ਲੋਕਾਂ ਨੂੰ ਜਮਾਂ ਤੋਂ ਪ੍ਰਲੋਕ ਦੇ ਭੈ ਤੋਂ ਮੁਕਤ ਕਰਾਉਣ ਦੀਆਂ ਗੱਲਾਂ ਕਰਨ ਵਾਲੇ, ਖੁਦ ਸਿਕਿਉਰਿਟੀ ਲਏ ਬਿਨਾਂ ਆਪਣੇ ਇੱਕ ਕਮਰੇ 'ਚੋਂ ਦੂਜੇ ਕਮਰੇ 'ਚ ਨਹੀਂ ਜਾ ਸਕਦੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਭਰਿਆ ਕੀ ਕਰਦਾ ਫਿਰਦਾ? ਜਿਹੜੇ ਬੰਦੇ ਦਾ ਆਪਣਾ ਜੀਵਨ ਔਗਣਾਂ ਨਾਲ ਭਰਿਆ ਹੈ ਉਹਦੇ ਕੋਲ ਤੂੰ ਗੁਣ ਭਾਲਦਾ ਹੈ। ਜਿਹੜਾ ਆਪ ਕਰਦਾ ਹੈ ਉਹ ਤੈਨੂੰ ਨਰਕ ਕਿਵੇਂ ਬਣਾ ਦੂਗਾ? ਇਸ ਲਈ ਗੁਣ ਚਾਹੀਦੇ ਨੇ, ਪਰ ਇਹ ਜ਼ਰੂਰ ਚੇਤੇ ਰੱਖ, ਗੁਣ ਲੈਣ ਉਹਦੇ ਕੋਲੇ ਜਾ ਜਿਹਦੇ ਕੋਲੇ ਗੁਣ ਹੋਣ। ਤੇ ਆਪ ਜੀ ਨੇ ਜਪਜੀ ਸਾਹਿਬ ਦੇ ਬੋਲ ਸੁਣੇ ਹੋਣੇ ਹੈ,
ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਬੋਲ ਵੀ ਕਦੇ ਸੁਣੇ ਹੋਣੇ ਆ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਜਦ ਅਸੀਂ ਪੁੱਛਿਆ ਭਾਈ ਸਾਹਿਬ ਸਾਨੂੰ ਦੱਸੋ ਅਸੀਂ ਆਪਣੇ ਜੀਵਨ ਵਿੱਚ ਗੁਣ ਧਾਰਨ ਕਰਨੇ ਆ, ਕਿੱਥੋਂ ਮਿਲਣਗੇ ਗੁਣ? ਤੇ ਭਾਈ ਸਾਹਿਬ ਨੇ ਕਿਹਾ, ਕਹਿੰਦੇ ਆ ਮੈਂ ਤੈਨੂੰ ਮਿਲਾਵਾਂ ਗੁਣਾਂ ਦੇ ਸਾਗਰ ਨਾਲ। ਸਾਗਰ ਦਾ ਭਾਵ ਹੈ ਜਿਵੇਂ ਅੱਜ ਤੱਕ ਸਮੁੰਦਰ ਦੇ ਪਾਣੀ ਦੀ ਮਿਣਤੀ ਕਿਸੇ ਕੋਲੋਂ ਨਹੀਂ ਹੋ ਸਕੀ, ਉਹਨਾਂ ਦਾ ਇਹ ਕਹਿਣ ਦਾ ਭਾਵ ਸੀ ਕਿ ਮੈਂ ਤੈਨੂੰ ਉਹਦੀ ਦੱਸ ਪਾਉਣਾ ਹੈ ਜਿਹਦੇ ਕੋਲੇ ਇੰਨੇ ਗੁਣ ਹੈ ਕਿ ਜਿੰਨਾ ਗੁਣਾਂ ਦੀ ਕੋਈ ਗਿਣਤੀ ਤੇ ਸ਼ੁਮਾਰ ਹੀ ਅਜੇ ਤੱਕ ਨਹੀਂ ਪਾ ਸਕਿਆ। ਅਸੀਂ ਕਿਹਾ ਉਹ ਕੌਣ ਹੈ? ਤੇ ਭਾਈ ਗੁਰਦਾਸ ਜੀ ਨੇ ਦੱਸ ਪਾਈ, ਕਹਿੰਦੇ ਸਤਿਗੁਰ ਗੁਣੀ ਨਿਧਾਨ ਹੈ। ਗੁਣਾਂ ਦਾ ਸਾਗਰ ਕੌਣ ਹੈ? ਉਹ ਕਹਿੰਦੇ ਸਤਿਗੁਰੂ ਗੁਣਾਂ ਦਾ ਸਾਗਰ ਹੈ। ਤੇ ਉਹਦੀ ਵਡਿਆਈ ਵੇਖੋ ਕੀ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਨੇ ਜਪਜੀ ਸਾਹਿਬ 'ਚ ਵੀ ਕਿਹਾ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਤੇ ਭਾਈ ਗੁਰਦਾਸ ਜੀ ਨੇ ਬੋਲ ਕਹੇ, ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗੁਣਿਆਰੇ। ਸਤਿਗੁਰੂ ਗੁਣਾਂ ਦਾ ਸਾਗਰ ਹੈ, ਉਹਦੇ ਕੋਲੇ ਇੰਨੇ ਗੁਣ ਹੈ ਜਿਨ੍ਹਾਂ ਦਾ ਕੋਈ ਸ਼ੁਮਾਰ ਨਹੀਂ। ਤੇ ਸਤਿਗੁਰੂ ਦਾ ਸੁਭਾਅ ਇੰਨਾ ਚੰਗਾ ਹੈ ਕਿ ਬੇਸ਼ੱਕ ਉਹਨਾਂ ਕੋਲੇ ਔਗੁਣਾਂ ਨਾਲ ਭਰਿਆ ਬੰਦਾ ਵੀ ਜਾਂਦਾ ਰਹਿੰਦਾ, ਉਹਦੇ ਕੋਲੋਂ ਔਗੁਣ ਲੈ ਕੇ ਤੇ ਗੁਣ ਉਹਦੀ ਝੋਲੀ 'ਚ ਪਾ ਦਿੰਦੇ ਆ। ਨਿਰਗੁਣ ਗੁਣ ਕਰੇ, ਜਿਹਦੇ 'ਚ ਕੋਈ ਗੁਣ ਨਹੀਂ ਉਹਨੂੰ ਗੁਣਾਂ ਵਾਲਾ ਬਣਾ ਦਿੰਦੇ ਆ। ਤੇ ਜਿਹਦੇ ਕੋਲੇ ਪਹਿਲਾਂ ਗੁਣ ਹੈਗੇ ਆ ਉਹਨੂੰ ਇਹ ਕਹਿ ਕੇ ਮੋੜਦੇ ਨਹੀਂ ਕਿ ਤੇਰੇ ਕੋਲੇ ਪਹਿਲਾਂ ਹੀ ਹੈਗੇ ਆ। ਗੁਣਵੰਤਿਆਂ ਗੁਣ ਦੇ, ਜਿਹਦੇ ਕੋਲੇ ਪਹਿਲਾਂ ਗੁਣ ਉਹਨੂੰ ਹੋਰ ਬਖਸ਼ਿਸ਼ ਕਰੀ ਜਾਂਦੇ ਨੇ। ਇਸ ਲਈ ਸਤ ਸੰਗਤ, ਗੁਰੂ ਦੀ ਗੋਦ ਵਿੱਚ ਬੈਠੇ ਲੋਕਾਂ ਦਾ ਇਕੱਠ, ਸਤ ਸੰਗਤ ਜਿੱਥੇ ਕੇਵਲ ਨਾਮ ਦੀ ਗੱਲ ਹੈ ਪਰ ਕੱਚੇ ਪੱਲੇ ਨਾਮ ਦੀ ਗੱਲ ਨਹੀਂ, ਇੱਕੋ ਨਾਮ, ਜਿੱਥੇ ਕੇਵਲ ਇੱਕ ਪ੍ਰਮਾਤਮਾ ਦੇ ਨਾਮ ਦੀ ਗੱਲ। ਸਤ ਸੰਗਤ ਜਿੱਥੇ ਪ੍ਰਮਾਤਮਾ ਦੀ ਕੀਰਤੀ ਸੁਣਨ ਨੂੰ ਮਿਲੇ। ਸਤ ਸੰਗਤ ਉਹ ਇਕੱਠ ਹੈ ਜਿੱਥੇ ਪ੍ਰਮਾਤਮਾ ਦੇ ਗੁਣ ਸਿਖਾਏ ਜਾਂਦੇ ਆ। ਤੇ ਕਬੀਰ ਸਾਹਿਬ ਨੇ ਸਾਨੂੰ ਉਸ ਇਕੱਠ ਵਿੱਚ ਬੈਠਣ ਲਈ ਕਿਹਾ, ਜਿੱਥੇ ਤੈਨੂੰ ਪ੍ਰਮਾਤਮਾ ਦੇ ਗੁਣ ਸਿਖਾਏ ਜਾਣ। ਤੇ ਉਸ ਇਕੱਠ ਤੋਂ ਦੂਰ ਰਹਿਣ ਦੀ ਗੱਲ ਕਹੀ ਹੈ, ਉਸ ਵਿਅਕਤੀ ਤੋਂ ਦੂਰ ਰਹਿਣ ਦੀ ਗੱਲ ਕਹੀ ਹੈ ਜਿਹਦੇ ਕੋਲੇ ਰੱਬੀ ਰਸ ਨਹੀਂ, ਜਿਹਦਾ ਪ੍ਰਮਾਤਮਾ ਨਾਲ ਪਿਆਰ ਨਹੀਂ, ਜਿਹਦੇ ਅੰਦਰ ਹਉਮੈ ਤੇ ਔਗੁਣਾਂ ਦਾ ਭੰਡਾਰ ਹੈ। ਉਦਾਂ ਦੇ ਬੰਦੇ ਤੋਂ ਦੂਰ ਰਹੇ ਤਾਂ ਕਿ ਤੇਰਾ ਜੀਵਨ ਔਗੁਣਾਂ ਤੋਂ ਬਚਿਆ ਰਹੇ। ਕਿਉਂਕਿ ਔਗੁਣ ਲੋਹੇ ਦੀਆਂ ਜੰਜੀਰਾਂ ਹੈ ਤੇ ਜੰਜੀਰਾਂ ਵਿੱਚ ਬੰਨਿਆ ਤੇ ਜਕੜਿਆ ਬੰਦਾ ਕਦੇ ਸੁਖੀ ਨਹੀਂ ਹੁੰਦਾ। ਇਸ ਲਈ ਜੀਵਨ ਸੁਖੀ ਰਹੇ, ਗੁਣਾਂ ਦੀ ਲੋੜ ਹੈ। ਗੁਣ ਚੰਗੀ ਸੰਗਤ ਵਿੱਚੋਂ ਮਿਲਦੇ ਆ, ਮਾੜੀ ਸੰਗਤ ਜਿੱਥੋਂ ਔਗੁਣ ਮਿਲਦੇ ਨੇ। ਤੇ ਉਹਦੇ ਸੰਬੰਧ 'ਚ ਕਬੀਰ ਸਾਹਿਬ ਨੇ ਫੈਸਲਾ ਕੀਤਾ, ਕਹਿੰਦੇ ਕਬੀਰ ਸਾਗਤ ਸੰਗ ਨਾ ਕੀਜੀਏ, ਦੂਰ ਰਹਿ ਜਾਈਏ ਭਾਗ। ਸਾਗਤ ਬੰਦੇ ਦੀ ਸੰਗਤ ਨਹੀਂ ਕਰਨੀ ਚਾਹੀਦੀ, ਦੂਰ ਤੋਂ ਵੇਖ ਕੇ ਭੱਜ ਜਾਣਾ ਚਾਹੀਦਾ। ਬਾਸਨ ਕਾਰੋ ਪਰਸੀਏ ਤਾਓ ਕਛ ਲਾਗੇ ਦਾਗ। ਜਿਵੇਂ ਕਾਲੇ ਭਾਂਡੇ ਨੂੰ ਪਰਸਿਆ ਤੁਹਾਡੇ ਹੱਥਾਂ ਨੂੰ, ਕੱਪੜਿਆਂ ਨੂੰ, ਸਰੀਰ ਨੂੰ ਦਾਗ ਲੱਗ ਹੀ ਜਾਣਾ ਹੈ। ਇਸੇ ਤਰ੍ਹਾਂ ਮਾੜੇ ਬੰਦੇ ਦੀ ਸੰਗਤ ਕੀਤਿਆਂ ਤੁਹਾਡੇ ਜੀਵਨ ਵਿੱਚ ਮਾੜ, ਖੋਟ, ਔਗਣ ਆ ਹੀ ਜਾਣੇ ਆ। ਇਸ ਲਈ ਗੁਰੂ ਗ੍ਰੰਥ ਸਾਹਿਬ ਨੇ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਾਨੂੰ ਸੰਗਤ ਵਿੱਚ ਜਿੱਥੇ ਗੁਣ ਗ੍ਰਹਿਣ ਕਰਨ ਦਾ ਅਵਸਰ ਮਿਲੇ, ਮੌਕਾ ਮਿਲੇ, ਜੁੜਨ ਦਾ ਉਪਦੇਸ਼ ਦਿੱਤਾ। ਉਸ ਥਾਂ ਤੋਂ ਦੂਰ ਰਹਿਣ ਦੀ ਤਾਕੀਦ ਕੀਤੀ ਜਿੱਥੇ ਜਾ ਕੇ ਗੁਣ ਗਲਦੇ ਆ, ਗੁਣ ਖਰਾਬ ਹੁੰਦੇ ਆ, ਔਗਣ ਪੱਲੇ ਪੈਂਦੇ ਆ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਇੱਥੋਂ ਤੱਕ ਕਿਹਾ ਕਿ ਜੇ ਤੈਨੂੰ ਚੰਗੇ ਲੋਕਾਂ ਦੀ ਸੰਗਤ ਮਿਲ ਜੇ, ਚੰਗੇ ਲੋਕਾਂ ਦੀ ਸੁਹਬਤੇ ਨੇਕਾਂ ਅਗਰ ਬਾਸ਼ਤ ਨਸੀਬ, ਦੌਲਤ ਜਾਬੀ ਹੈ ਹਬੀਬ। ਕਹਿੰਦੇ ਜੇ ਤੈਨੂੰ ਚੰਗੇ ਲੋਕਾਂ ਦੀ, ਗੁਰਮੁਖਾਂ ਦੀ ਸੰਗਤ ਮਿਲ ਜੇ ਤਾਂ ਸਮਝ ਲੈ ਕਿ ਤੈਨੂੰ ਉਹ ਦੌਲਤ ਮਿਲ ਗਈ ਜਿਹਦਾ ਕਦੇ ਖਤਮ ਨਹੀਂ ਹੋ ਸਕਦੀ, ਅੰਤ ਨਹੀਂ ਹੁੰਦਾ, ਜਿਹਨੂੰ ਕੋਈ ਖੋਹ ਨਹੀਂ ਸਕਦਾ, ਚੁਰਾ ਨਹੀਂ ਸਕਦਾ, ਅੱਗ ਨਹੀਂ ਸਾੜ ਸਕਦੀ, ਪਾਣੀ ਨਹੀਂ ਰੋੜ ਸਕਦਾ। ਉਦਾਂ ਦਾ ਬਨਾਸ਼ੀ ਧਨ ਪਰ ਮਿਲਦਾ ਉਹਨਾਂ ਕੋਲੋਂ ਹੈ ਜੇ ਤੈਨੂੰ ਸੁਹਬਤ ਤੇ ਨੇਕਾਂ ਅਗਰ ਬਾਸ਼ਤ ਨਸੀਬ, ਜੇ ਤੈਨੂੰ ਨੇਕ ਬੰਦਿਆਂ ਦੀ, ਚੰਗੇ ਬੰਦਿਆਂ ਦੀ ਸੰਗਤ ਨਸੀਬ ਹੋ ਜੇ। ਪਰ ਆਪਾਂ ਵੇਖਦੇ ਹਾਂ ਅੱਜ ਬੜੇ ਢੰਗਾਂ ਨਾਲ, ਕਿਉਂਕਿ ਗੁਰਦੁਆਰਾ ਸਾਹਿਬਾਂ 'ਚ ਜੋ ਸਿਲਸਿਲਾ ਚਾਹੀਦਾ ਸੀ ਉਹ ਰਿਹਾ ਨਹੀਂ। ਬੇਸ਼ੱਕ ਸਾਡੇ ਗੁਰਦੁਆਰਾ ਸਾਹਿਬ ਸਾਡੇ ਧਰਮ ਪ੍ਰਚਾਰ ਦਾ ਕੇਂਦਰ ਹੈ, ਅੱਜ ਬਹੁਤੀਆਂ ਥਾਵਾਂ ਤੇ ਰਵਾਇਤੀ ਪਾਠ ਪੂਜਾ ਤੋਂ ਅੱਗੇ ਕੁਝ ਨਹੀਂ ਹੋ ਰਿਹਾ। ਹੁਣ ਸਕੂਲ ਤੁਸੀਂ ਪੜ੍ਹਦੇ ਹੋ, ਜੇ ਪਹਿਲਾਂ ਸਕੂਲ ਦਾ ਸਟਾਫ ਨਲਾਇਕ ਹੋਵੇ ਤੇ ਬੱਚਿਆਂ ਦੇ ਜੀਵਨ ਦਾ ਸੁਧਾਰ ਕਿਵੇਂ ਹੋ ਸਕਦਾ? ਜੇ ਸਕੂਲ ਦੀ ਮੈਨੇਜਮੈਂਟ ਜਾਂ ਪ੍ਰਬੰਧਕ ਨਲਾਇਕ ਹੋਣ, ਉੱਥੇ ਦਾ ਸਟਾਫ ਤੇ ਬੱਚੇ ਉਹ ਵਧੀਆ ਕਿਵੇਂ ਹੋ ਸਕਦੇ ਆ? ਅੱਜ ਆਪਾਂ ਵੇਖਦੇ ਆ ਕਿ ਜਿਹੜਾ ਨਿਗਾਰ ਆਸੇ ਪਾਸੇ ਆਪਣੇ ਆਇਆ ਹੈ,
ਸਾਡੇ ਕੋਲੇ ਗੁਰਦੁਆਰਾ ਸਾਹਿਬਾਂ ਦੇ ਪ੍ਰਬੰਧਕ ਉਹ ਬਹੁਤੇ ਯੋਗ ਨਹੀਂ ਰਹੇ। ਬਹੁਤੀਆਂ ਥਾਵਾਂ ਤੇ, ਸਾਰੀਆਂ ਥਾਵਾਂ ਤੇ ਨਹੀਂ, ਕਈ ਥਾਵਾਂ ਤੇ ਬੜੇ ਯੋਗ ਰਹੇ, ਪਰ ਬਹੁਤੀਆਂ ਥਾਵਾਂ ਤੇ ਸਾਡੇ ਜਿਹੜੀ ਮੈਨੇਜਮੈਂਟ ਉਹ ਪ੍ਰਬੰਧਕ ਜਿਹੜੇ ਨੇ ਅਯੋਗ ਨੇ, ਯੋਗ ਨਹੀਂ। ਕਿਉਂਕਿ ਗੁਰੂ ਘਰ 'ਚ ਇੱਕ ਸਿਸਟਮ ਲਾਗੂ ਹੋ ਗਿਆ ਇਲੈਕਸ਼ਨ ਦਾ, ਜਦੋਂ ਕਿ ਸਾਡਾ ਜਿਹੜਾ ਵਿਰਸਾ ਹੈ ਉਹ ਸਿਲੈਕਸ਼ਨ ਦਾ ਰਿਹਾ, ਇਲੈਕਸ਼ਨ ਦਾ ਨਹੀਂ ਰਿਹਾ। ਤੁਸੀਂ ਖੁਦ ਇਹਨੂੰ ਮਾਈਂਡ ਕਰਕੇ ਵੇਖੋ, ਸੋਚ ਕੇ ਵੇਖੋ ਕਿ ਜੇ ਵੋਟਾਂ ਨਾਲ ਕਿਸੇ ਨੂੰ ਆਪਾਂ ਅੱਗੇ ਲਿਆਉਣਾ ਹੈ ਤਾਂ ਫਿਰ ਬਹੁਤ ਗਿਣਤੀ ਉਹਨਾਂ ਲੋਕਾਂ ਦੀ ਹੈ ਜਿਹੜੇ ਸੱਚ ਤੋਂ ਟੁੱਟੇ ਹੈ, ਤੇ ਉਹ ਲੋਕ ਸੱਚ ਨਾਲ ਜੁੜੇ ਹੋਏ ਬੰਦੇ ਨੂੰ ਅੱਗੇ ਚੁਣ ਕੇ ਕਿਵੇਂ ਭੇਜ ਦੇਣਗੇ। ਇਸ ਲਈ ਇਲੈਕਸ਼ਨ ਨੇ ਇਸ ਪ੍ਰਬੰਧ ਨੂੰ ਖਸਤਾ ਕੀਤਾ ਹੈ। ਸਾਡਾ ਵਿਰਸਾ ਇਹ ਰਿਹਾ ਕਿ ਸਿਲੈਕਸ਼ਨ ਹੁੰਦੀ ਰਹੀ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਆਪਣੇ ਉੱਤਰਾਧਿਕਾਰੀ ਭਾਈ ਲਹਿਣਾ ਜੀ ਦੀ ਚੋਣ ਵੋਟਾਂ